ਕਿਸਾਨੀ ਸੰਘਰਸ਼ ਦਾ 29ਵਾਂ ਦਿਨ ਤੇ ਬੇਸ਼ਰਮ ਸਰਕਾਰ ਦਾ ਇੱਕ ਹੋਰ ਦਿਨ। ਪ੍ਰੋਗਰਾਮ ਅਖਬਾਰਨਾਮੇ ਵਿੱਚ ਸਵਾਗਤ ਹੈ। ਮੈਂ ਹਾਂ ਮੋਹਿਤ ਰੂਬਲ ਤੇ ਮੈਂ ਜਤਿੰਦਰ ਸਿੰਘ ਖਹਿਰਾ ਜੀ। ਖੈਰ ਸਾਹਿਬ, ਜਿਵੇਂ ਕਿ ਅਸੀਂ ਅੱਜ ਸ਼ੁਰੂਆਤ ਵਿੱਚ ਜਿਹੜੀ ਗੱਲ ਆਖੀ ਹੈ ਕਿ ਇੱਕ ਹੋਰ ਦਿਨ ਕਿਸਾਨਾਂ ਦਾ ਸੰਘਰਸ਼ ਦਾ, ਜੱਦੋ ਜਹਿਦ ਦਾ ਤੇ ਬੇਸ਼ਰਮੀ ਦਾ, ਕੇਂਦਰ ਸਰਕਾਰ ਦਾ ਇੱਕ ਹੋਰ ਦਿਨ। ਦੇਖੋ, ਗੱਲ ਤੇ ਇਹੀ ਆ ਕਿ ਬੇਸ਼ਰਮ ਜਿਹੜੇ ਨੇ ਉਹਨਾਂ ਨੂੰ ਤਾਂ ਲੱਗਣੀ ਨਹੀਂ ਹੈਗੀ, ਪਰ ਇਹ ਜੱਦੋ ਜਹਿਦ ਜਿਹੜੀ ਤੁਸੀਂ ਕਹਿੰਦੇ ਹੋ ਇਹ ਅਜੇ ਬਹੁਤ ਲੰਬੀ ਚੱਲ ਸਕਦੀ ਹੈ। ਕਿਉਂਕਿ ਕਿਸਾਨ ਜਿਹੜੇ ਨੇ ਉਹ ਆਪਣੇ ਨਾਲ ਜਿਹੜਾ ਰਾਸ਼ਨ ਪਾਣੀ ਹੈ ਉਹ ਲੈ ਕੇ ਆਏ ਹੋਏ ਨੇ। ਉਹਨਾਂ ਨੂੰ ਪਤਾ ਹੈ ਕਿ ਇਹ ਉਹ ਸਰਕਾਰਾਂ ਨੇ ਜਿਹੜੀਆਂ ਇੱਕ ਪਾਸੇ ਦੀ ਸੋਚ ਰੱਖਦੀਆਂ ਨੇ ਕਿ ਅਸੀਂ ਜਿਹੜਾ ਹੈ ਕਾਰਪੋਰੇਟ ਨੂੰ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਅਸੀਂ ਅੱਗੇ ਲੈ ਕੇ ਆਉਣਾ ਹੈ। ਸੋ ਦਿਨ ਜਿਹੜੇ ਚਾਹੇ ਇਹ ਤਾਂ 29ਵਾਂ ਆ, ਸ਼ਾਇਦ ਇਹ ਅੱਗੇ ਵੀ ਦਿਨ ਵੱਧ ਸਕਦੇ ਨੇ, 6 ਮਹੀਨੇ ਹੋ ਸਕਦਾ, ਸਾਲ ਪੈ ਸਕਦਾ ਹੈ, ਜਾਂ ਫਿਰ ਕੋਈ ਹੋਰ ਗੱਲ ਹੋ ਸਕਦੀ ਹੈ। ਕਿਉਂਕਿ ਜਿਸ ਹਿਸਾਬ ਦੇ ਨਾਲ ਸਰਕਾਰ ਦਾ ਵਤੀਰਾ ਆ, ਲਗਾਤਾਰ ਇਹ ਲੱਗ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਦਿਲਚਸਪੀ ਨਹੀਂ ਲੈ ਰਹੀ ਇਸ ਮੁੱਦੇ ਦੇ ਵਿੱਚ। ਪਹਿਲਾਂ ਤਾਂ ਉਹ ਕੰਨੋਂ ਕਤਰਾਉਂਦੀ ਸੀਗੀ, ਠੀਕ ਹੈ, ਹੁਣ ਜਿਹੜੀ ਹੈ ਹੁਣ ਲਗਾਤਾਰ ਉਹ ਲਵ ਲੈਟਰ ਪਾਉਣੇ ਸ਼ੁਰੂ ਕਰ ਦਿੱਤੇ ਨੇ। ਲਵ ਲੈਟਰ ਹੀ ਹੁੰਦਾ ਜਦੋਂ ਤੁਸੀਂ ਉਹਦੇ ਵਿੱਚ ਕੋਈ ਚੱਜ ਦੀ ਚੀਜ਼ ਲਿਖਣੀ ਨਹੀਂ ਕਿ ਮੈਂ ਠੀਕ ਹਾਂ, ਤੁਸੀਂ ਠੀਕ ਹੋ, ਅੱਛਾ ਮੈਨੂੰ ਇਹ ਦੱਸ ਦਿਓ ਫਿਰ ਕਦੋਂ ਮਿਲਣਾ ਆ। ਤੇ ਇਹ ਲਵ ਲੈਟਰ ਹੀ ਕਹਿ ਸਕਦੇ ਹਾਂ ਇਹਨੂੰ, ਕਿਉਂਕਿ ਇਹਦੇ ਵਿੱਚ ਕੋਈ ਕੰਕਰੀਟ ਪ੍ਰੋਪੇਗੈਂਡਾ ਨਹੀਂ ਹੈਗਾ। ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਨਾਂ ਨੇ ਉਹਦੇ ਵਿੱਚ ਵੀ ਸਾਫ਼ ਕਹਿ ਦਿੱਤਾ ਕਿ ਬਈ ਜੇ ਤਾਂ ਕੋਈ ਕੰਕਰੀਟ ਲੈ ਕੇ ਆਉ ਰਹੇ ਹੋ, ਕੰਕਰੀਟ ਪ੍ਰੋਪੇਗੈਂਡਾ ਲੈ ਕੇ ਆਉਂਦੇ ਹੋ, ਫਿਰ ਅਸੀਂ ਉਹਦੇ 'ਤੇ ਗੱਲ ਕਰਨ ਲਈ ਤਿਆਰ ਹਾਂ। ਜੇ ਤੁਸੀਂ ਕੰਕਰੀਟ ਕੋਈ ਸਬੂਤ ਨਹੀਂ ਲੈ ਕੇ ਆਉਣਾ ਜਾਂ ਕੰਕਰੀਟ ਸਬਜੈਕਟ ਨਹੀਂ ਲੈ ਕੇ ਆਉਣਾ, ਫਿਰ ਗੱਲ ਵੀ ਨਹੀਂ ਹੋ ਸਕਦੀ। ਜੀ ਖੈਰ ਸਾਹਿਬ, ਵਾਕਿਆ ਆਪਣੇ ਦੋਸਤਾਂ ਨੂੰ ਦੱਸ ਦਈਏ ਕਿ ਜਿਹੜਾ ਕੱਲ੍ਹ ਜਿਹੜਾ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ ਗੱਲਬਾਤ ਦਾ ਜਿਹੜਾ ਇੱਕ ਸੰਦੇਸ਼ ਭੇਜਿਆ ਸੀਗਾ ਉਹ ਕਿਸਾਨਾਂ ਨੇ ਠੁਕਰਾ ਦਿੱਤਾ। ਕਿ ਜਿਹੜਾ ਸੰਦੇਸ਼ ਭੇਜਿਆ ਸੀਗਾ ਉਹਨਾਂ ਵਿੱਚ ਕਿਸਾਨ ਅੱਗੋਂ ਦੇ ਕਹਿਣਾ ਕਿ ਗੋਲ ਮੋਲ ਗੱਲ ਕੀਤੀ ਗਈ ਹੈ, ਕੁਝ ਅੱਜ ਦੀ ਗੱਲ ਕੀਤੀ ਨਹੀਂ ਗਈ। ਜਿਵੇਂ ਤੁਸੀਂ ਕਹਿ ਕੇ ਕੰਕਰੀਟ ਗੱਲਬਾਤ ਜਿਹੜੀ ਹੈ ਉਹ ਕੋਈ ਵੀ ਜਿਹੜੀ ਹੈ ਨਹੀਂ ਕੀਤੀ ਜਾ ਰਹੀ। ਨੋ ਡਾਊਟ ਕਿਸਾਨਾਂ ਦਾ ਸੰਘਰਸ਼ ਹਰ ਰੋਜ਼ ਵੱਧਦਾ ਜਾ ਰਿਹਾ, ਹਜੂਮ ਦਾ ਹਜੂਮ ਇਕੱਠਾ ਹੁੰਦਾ ਜਾ ਰਿਹਾ। ਐਂਡ ਹੁਣ ਤਾਂ ਕਾਫੀ ਸਾਰੇ ਸੂਬਿਆਂ ਤੋਂ ਮੈਂ ਕਹਿੰਦਾ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਐਂਡ ਈਵਨ ਜਿਹੜੇ ਕਾਲਜਸ ਨੇ ਉਹ ਵੀ ਪਾਰਟੀਸਪੇਟ ਕਰ ਰਹੇ ਨੇ। ਹਰ ਇੱਕ ਵਰਗ ਦਾ ਇਨਸਾਨ ਜਿਹੜਾ ਹੈ, ਜਿਹੜਾ ਮਰਜ਼ੀ ਨਾਮ ਲੈ ਲਓ, ਉਹ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਰਿਹਾ ਤੇ ਐਂਡ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਹਾਂ ਅਸੀਂ ਇਸ ਅੰਦੋਲਨ ਦਾ, ਇਸ ਸੰਘਰਸ਼ ਦਾ, ਇਸ ਲੋਕ ਸੰਘਰਸ਼ ਦਾ ਹਿੱਸਾ ਵਾਂ। ਤੇ ਜੇਕਰ ਹੁਣ ਗੱਲ ਕਰੀਏ ਕਿ ਕਿਸਾਨੀ ਜਿਹੜਾ ਸੰਘਰਸ਼ ਹੈ, ਕਿਉਂਕਿ ਸਾਰਿਆਂ ਨੂੰ ਇੰਨੀ ਗੱਲ ਪਤਾ ਚੱਲ ਚੁੱਕੀ ਹੈ ਕਿ ਹਾਂ ਬਈ ਜੇ ਕੇਂਦਰ ਸਰਕਾਰ ਗੂੰਗੀ ਬਹਿਰੀ ਬਣ ਕੇ ਬੈਠੀ ਹੋਈ ਹੈ ਤਾਂ ਖਾਸ ਕਾਰਨ ਇਹੀ ਹੈ ਕਿ ਹਾਂ ਵੀ ਉੱਤੋਂ ਕਾਰਪੋਰੇਟ ਘਰਾਣਿਆਂ ਦੀ ਚਾਬੀ ਦਿੱਤੀ ਜਾਂਦੀ ਹੈ ਕਿ ਹਾਂ ਬਈ ਕਿੱਥੇ ਬੋਲਣਾ ਤੇ ਕਿੱਥੇ ਨਹੀਂ ਬੋਲਣਾ। ਸੋ ਹੁਣ ਜਿਹੜੇ ਲੋਕ ਨੇ ਸਿਆਣੇ ਹੋ ਚੁੱਕੇ ਨੇ, ਲੋਕਾਂ ਨੇ ਸਿੱਧਾ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਜਿਹੜਾ ਹੈ ਕਰਨਾ ਸ਼ੁਰੂ ਕਰ ਦਿੱਤਾ। ਵੈਸੇ ਤਾਂ 3 ਮਹੀਨੇ ਹੋ ਗਏ ਘਿਰਾਓ ਕੀਤੇ ਨੇ, ਕਿਉਂਕਿ ਕਾਫੀ ਸਾਰੇ ਜਿਹੜੇ ਰਿਲਾਇੰਸ ਦੇ ਜਿਹੜੇ ਸਾਰੇ ਮੋਲਸ ਨੇ ਉਹ ਪੰਜਾਬ ਵਿੱਚ ਪੂਰੇ ਚੰਗੀ ਤਰ੍ਹਾਂ ਬੰਦ ਨੇ। ਰਿਲਾਇੰਸ ਦੇ ਜਿਹੜੇ ਸਾਰੇ ਪੈਟਰੋਲ ਪੰਪ ਨੇ ਉਹ ਵੀ ਬੰਦ ਨੇ। ਸੋ ਜਿਹੜੀ ਗੱਲ ਕਰੀਏ ਜੀਓ ਜਿਹੜੀਆਂ ਸਿਮ ਹੈ ਉਹਨਾਂ ਦਾ ਕੰਟੀਨਿਊਸਲੀ ਬਾਈਕਾਟ ਕੀਤਾ ਜਾ ਰਿਹਾ ਹੈ। ਵੱਡੇ ਪੱਧਰ 'ਤੇ ਪੂਰੇ ਦੇਸ਼ ਵਿੱਚ ਜਿਹੜਾ ਉਹਨਾਂ ਦੀ ਸਬਸਕ੍ਰਿਪਸ਼ਨ ਹੈ ਉਹਦੇ 'ਤੇ ਕਾਫੀ ਵੱਡਾ ਜਿਹੜਾ ਫਰਕ ਪਿਆ ਹੈ। ਤੇ ਕਿਉਂਕਿ ਜਿਹੜਾ ਹੁਣੇ ਜਿਹੜਾ ਡਾਟਾ ਸਾਹਮਣੇ ਆਇਆ ਉਹਦੇ ਵਿੱਚ ਜਿਹੜਾ ਏਅਰਟੈਲ ਹੈ ਉਹਦੇ 'ਚ ਕਾਫੀ ਸਾਰੇ ਜਿਹੜੇ ਨਵੇਂ ਕਸਟਮਰ ਜੁੜੇ ਨੇ, ਕਿਉਂਕਿ ਲੋਕੀ ਪੋਰਟ ਕਰ ਰਹੇ ਨੇ ਆਪਣਾ ਨੰਬਰ ਜੀਓ ਤੋਂ ਏਅਰਟੈਲ ਵੱਲ। ਦੇਖੋ, ਗੱਲ ਇਹ ਇੱਥੇ ਨਹੀਂ ਖਤਮ ਹੁੰਦੀ ਕਿ ਇਕੱਲਾ ਕਿਸਾਨੀ ਅੰਦੋਲਨ ਹੈ। ਇਹ ਅੰਦੋਲਨ ਜਿਹੜਾ ਹੈ ਹਰ ਕਿਸੇ ਨੂੰ ਜਿਹੜਾ ਉਹ ਘਰ ਵੀ ਬੈਠਾ ਉਹਨੂੰ ਇਹ ਲੱਗ ਰਿਹਾ ਹੈ ਕਿ ਇਹ ਅੰਦੋਲਨ ਜਿਹੜਾ ਹੈ ਇੱਕ ਤਾਂ ਹੱਕ ਸੱਚ ਦਾ ਹੈ, ਦੂਸਰਾ ਇਹ ਸਰਕਾਰਾਂ ਵਿਰੁੱਧ ਅੰਦੋਲਨ ਹੈ, ਨਾ ਕਿ ਕਿਸੇ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਹਿ ਲਈਏ ਕਿ ਗਲਤ ਨੀਤੀਆਂ ਦੇ ਖਿਲਾਫ ਅੰਦੋਲਨ ਹੈ, ਨਾ ਕਿ ਕਿਸੇ ਇੱਕ ਵਿਅਕਤੀ ਦੇ ਖਿਲਾਫ ਅੰਦੋਲਨ ਹੈ। ਚਾਹੇ ਉਹ ਨੀਤੀ ਕੋਈ ਵੀ ਹੋਵੇ, ਚਾਹੇ ਲਵ ਜਿਹਾਦ ਦੀ ਗੱਲ ਹੋਵੇ ਜਾਂ ਫਿਰ ਹੁਣ ਕਿਸਾਨੀ ਮੁੱਦਾ ਆ ਉਹ ਜਿਹੜਾ ਫੋਰਫਰੰਟ ਤੇ ਬਣਿਆ ਹੋਇਆ। ਸੋ ਜਦੋਂ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਆਪਣਤ ਲੱਗਦੀ ਹੈ। ਚਾਹੇ ਤੁਸੀਂ ਕਿਸੇ ਵੀ ਬੰਦੇ ਨਾਲ ਗੱਲ ਕਰ ਲਓ, ਚਾਹੇ ਉਹ ਮਹਾਰਾਸ਼ਟਰ ਬੈਠਾ, ਮੱਧ ਪ੍ਰਦੇਸ਼ ਬੈਠਾ, ਕਰਨਾਟਕਾ ਬੈਠਾ, ਕਿਸੇ ਵੀ ਭਾਰਤ ਦੇ ਕੋਨੇ 'ਚ ਬੈਠਾ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਆ, ਤੁਸੀਂ ਜਦੋਂ ਉਹਨਾਂ ਨਾਲ ਗੱਲ ਕਰਦੇ ਹੋ ਨਾ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਯਾਰ ਇਹ ਮੁੱਦਾ ਜਿਹੜਾ ਹੈ ਇਹ ਤਾਂ ਮੇਰਾ ਮੁੱਦਾ ਹੈ। ਬੜੀਆਂ ਸਾਰੀਆਂ ਅਸੀਂ ਸਟੋਰੀਆਂ ਸੁਣਦੇ ਹਾਂ ਕਿ ਐਮਬੈਸੀ ਦੇ ਬਾਹਰ ਜਿਹੜਾ ਹੈ ਉਹ ਘਰਾਓ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਸਾਡੇ ਜਿਹੜੇ ਪੰਜਾਬੀ ਵੱਸਦੇ ਆ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ। ਤੇ ਜਦੋਂ ਉਹ ਲੋਕਾਂ ਨੂੰ ਦੱਸਦੇ ਆ ਕਿ ਉਹ ਪੁੱਛਦੇ, ਲੋਕ ਉੱਥੇ ਪੁੱਛਦੇ ਆ, ਆਮ ਅੰਗਰੇਜ਼ ਪੁੱਛਦੇ ਵੀ ਬਾਈ ਤੁਸੀਂ ਕਿਉਂ ਬੈਠੇ ਆ ਇੱਥੇ, ਉਹ ਦੱਸਦੇ ਆ ਵੀ ਭਾਈ ਇੱਦਾਂ ਹੋਣ ਡਈ ਆ, ਅਲਟੀਮੇਟਲੀ ਜੋ ਤੁਸੀਂ ਵੀ ਖਾਂਦੇ ਆ ਉਹ ਵੀ ਤਾਂ ਫੂਡ ਹੀ ਆ। ਤੇ ਜੇ ਨੋ ਫਾਰਮਰ ਤੇ ਨੋ ਫੂਡ ਵਾਲਾ ਜਿਹੜਾ ਸਲੋਗਨ ਹੈ ਉਹ ਜੇ ਉਹ ਤੋਂ ਢੁਕਵਾਂ ਜਿਹੜਾ ਜਾਪਦਾ ਉੱਥੇ, ਫਿਰ ਉਹ ਕਹਿੰਦੇ ਵੀ ਭਾਈ ਗਲਤ ਹੋਣ ਡਈ ਆ। ਹੁਣ ਗੱਲ ਗਲਤ ਹੋਣ ਡਈ ਆ, ਉਹਨਾਂ ਨੂੰ ਵੀ ਪਤਾ ਅਸੀਂ ਗਲਤ ਕਰ ਰਹੇ ਹਾਂ, ਪਰ ਗੱਲ ਉਦੋਂ ਤੱਕ ਨਹੀਂ ਬਣਦੀ ਜਦੋਂ ਤੱਕ ਉਸ ਗਲਤ ਦਾ ਜਵਾਬ ਜਿਹੜਾ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਮਿਲ ਜਾਂਦਾ। ਹੁਣ ਦੇਖਿਆ ਜਾਵੇ ਜੇ ਲਾਅ ਦੀ ਸ਼ੁਰੂ ਤੋਂ ਗੱਲ ਕਰ ਲਈਏ, ਇਹ ਮਾਮਲਾ ਇਹ ਨਹੀਂ ਹੈਗਾ ਹੁਣ ਕਿਉਂਕਿ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਹਿੱਲੀ ਹੋਈ ਆ। ਲਗਾਤਾਰ ਉਹ ਕਹਿੰਦੀ ਤੁਸੀਂ ਆਪਣੀ ਮਰਜ਼ੀ ਦੀਆਂ ਅਮੈਂਡਮੈਂਟ ਕਰਾ ਕੇ ਪਿੱਛੇ ਚਲੇ ਜਾਓ।
ਅਸੀਂ ਕਹਿੰਦੇ ਹਾਂ ਕਿ ਚਲੋ ਅਮੈਂਡਮੈਂਟ ਅਸੀਂ ਕਰਾਉਣੀ ਨਹੀਂ ਹੈਗੀ। ਪਹਿਲਾਂ ਜਦੋਂ ਇੱਥੇ ਲੜਾਈ ਸੀਗੀ ਅਸੀਂ ਕਹਿੰਦੇ ਸੀ ਜੀ MSP ਦਾ ਅਸ਼ੋਰੈਂਸ ਦੇ ਦਿਓ, ਐਕਟ ਬਣਾ ਦਿਓ, ਅਸੀਂ ਪਿੱਛੇ ਚਲੇ ਜਾਂਦੇ ਹਾਂ। ਅਸੀਂ ਕਮੋਡਿਟੀ ਦੇ ਜਿਹੜੀ ਸਟੋਰ ਆ, ਭੰਡਾਰਨ ਆ, ਉਹਦੇ ਉੱਤੇ ਵੀ ਗੱਲ ਨਹੀਂ ਕੀਤੀ ਸੀਗੀ। ਪਰ ਉੱਥੇ ਜਾ ਕੇ ਸਾਡੀਆਂ ਜਥੇਬੰਦੀਆਂ ਨੂੰ, ਸਾਡੇ ਆਮ ਲੋਕਾਂ ਨੂੰ ਇਹ ਲੱਗਿਆ ਕਿ ਭਾਈ ਅਸੀਂ ਤਾਂ ਸਿਰਫ ਆਪਣਾ ਹੱਕ ਲੈਣ ਹੋਏ ਸੀਗੇ, ਇਹਨਾਂ ਨੇ ਹੱਕ ਜਿਹੜਾ ਹੈ ਉਹ ਦੇਣ ਦੀ ਬਜਾਏ, ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ ਇਹਨਾਂ ਨੇ ਸਾਡੇ ਤੇ ਇਹ ਕੁਝ ਤਸ਼ੱਦਦ ਆਏ ਨੇ। ਹੁਣ ਇਹਨਾਂ ਨੂੰ ਦੱਸਦੇ ਆ ਕਿ ਕੀ ਭਾਅ ਵਿਕਦੀ ਆ। ਇਹ ਹੁਣ ਉਹ ਦੱਸਣ ਦੇ ਲਈ ਕਿ ਕੀ ਭਾਅ ਵਿਕਦੀ ਆ, ਉਹਨਾਂ ਨੇ ਇਹ ਦੱਸਿਆ ਕਿ ਪਹਿਲਾਂ ਤਾਂ ਤੁਸੀਂ ਗਲਤ ਕੰਮ ਕਰ ਲਿਆ। ਜੇ ਕਨਸਟੀਟਿਊਸ਼ਨਲੀ ਦੇਖਿਆ ਜਾਏ ਤੇ ਸਬਜੈਕਟ 2 ਦੇ ਵਿੱਚ ਜਿਹੜਾ ਸੈਸ਼ਨ 2 ਆ, ਯੂਨਿਟ 2 ਆ, ਉਹਦੇ ਵਿੱਚ ਜਿਹੜਾ ਮੁੱਦਾ ਹੈ, ਜਿਹੜਾ ਸਬਜੈਕਟ ਹੈ, ਇਹ ਸਟੇਟ ਸਬਜੈਕਟ ਹੈ। ਇਹਦੇ ਉੱਤੇ ਕਾਨੂੰਨ ਜਿਹੜਾ ਹੈ ਕਨਸਟੀਟਿਊਸ਼ਨਲੀ ਤਾਂ ਨਹੀਂ ਬਣਾਇਆ ਜਾ ਸਕਦਾ। ਪਰ ਆਪਾਂ ਗੱਲ ਕੀਤੀ ਸੀ, ਸ਼ਾਇਦ ਸਰਕਾਰਾਂ ਜਿਹੜੀਆਂ ਨੇ, ਲੋਕਲ ਸਰਕਾਰਾਂ, ਇਹਨਾਂ ਦੇ ਹੱਥ ਕਹਿੰਦੇ ਨੇ ਵੜਾ ਦਿੱਤੇ ਨੇ, ਇਹਨਾਂ ਤੋਂ ਪਹਿਲਾਂ ਸਾਈਨ ਦਸਤਖਤ ਕਰਾ ਚੁੱਕੀ ਹੈ ਸਰਕਾਰ। ਸੋ ਕਿਤੇ ਨਾ ਕਿਤੇ ਇਹ ਮੁੱਦਾ ਜਿਹੜਾ ਹੈ ਅਨਕਨਸਟੀਟਿਊਸ਼ਨਲ ਤੋਂ ਕਨਸਟੀਟਿਊਸ਼ਨਲ ਦੀ ਲੜਾਈ ਵੱਲ ਵੀ ਜਾਂਦਾ ਹੈ। ਜੀ ਬਿਲਕੁਲ ਖੈਰ ਸਾਹਿਬ, ਜਿਹੜੀ ਤੁਸੀਂ ਗੱਲ ਕਹੀਏ ਕਿ ਜਿਹੜੀ ਗੈਰ ਸੰਵਿਧਾਨਿਕ ਤੋਂ ਜਿਹੜੀ ਸੰਵਿਧਾਨਿਕ ਦੀ ਗੱਲ ਹੈ, ਵਾਕਈ ਬਿਲਕੁਲ ਜਾਇਜ਼ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ, ਮਾਣਯੋਗ ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਜਨਾਬ ਜਦੋਂ ਇਲੈਕਸ਼ਨਸ ਹੁੰਦੇ ਨਾ, ਉਹਨਾਂ ਦੇ ਵੱਖਰੇ ਰੰਗ ਵੇਖਣ ਵਾਲੇ ਹੁੰਦੇ ਨੇ। ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕੱਲ ਟਵਿੱਟਰ ਦੇ ਉੱਪਰ, ਮੈਂ ਆਪਣੇ ਐਡੀਟਰਸ ਨੂੰ ਬੇਨਤੀ ਕਰਾਂਗਾ ਕਿ ਉਹ ਜ਼ਰੂਰ ਲਗਾਉਣ। भाइयों बहनों, ये पंजाब की धरती वीरों की धरती है, शूरवीरों की धरती है, ये गुरुओं की धरती है, ये संतों की धरती है, ये त्याग और बलिदान की धरती है। यहां का किसान पसीना बहा करके देश का पेट भरता है और यहां का जवान अपना खून बहा करके मां भारती की रक्षा करता है। हिंदुस्तान में प्रदेश तो बहुत है, लेकिन पंजाब प्रदेशों से भी ज्यादा कुछ और है। पंजाब की आन बान शान भारत का माथा ऊंचा करती है। हिंदुस्तान का कोई बच्चा ऐसा नहीं होगा, हिंदुस्तान का कोई नागरिक ऐसा नहीं होगा जिसने पंजाब की धरती से निकले हुए गेहूं से अपना पेट न भरा हो, ऐसा कोई देश में इंसान नहीं। ये पंजाब की धरती देने वालों की धरती है। ये पंजाब की धरती जब जब देश को जरूरत पड़ी, सीना तान करके कोई खड़ा रहा, तो ये हमारा पंजाब खड़ा रहा है। देश के लिए कुछ कर दिखाने के लिए मौका आया तो पंजाब ने करके दिखाया। ਜਿਸ ਵਿੱਚ ਮੋਦੀ ਸਾਹਿਬ ਪੰਜਾਬ ਦੀ ਬੜੀ ਜ਼ਿਆਦਾ ਪ੍ਰੇਸ ਕਰ ਰਹੇ ਨੇ। ਨੋ ਡਾਊਟ ਅਸੀਂ ਪ੍ਰੇਸ ਕਰਨ ਦੇ ਲਾਇਕ ਹੈਗੇ ਵੀ ਹਾਂ, ਕਿਉਂਕਿ ਇੱਥੋਂ ਦੇ ਜਿਹੜੇ ਕਿਸਾਨਾਂ ਨੇ ਜਿਹੜਾ ਇੱਥੇ ਅੰਨ ਉਗਾਇਆ, ਉਹ ਪੂਰੀ ਦੁਨੀਆ, ਪੂਰਾ ਭਾਰਤ ਹੈ, ਕੋਈ ਵੀ ਇਨਸਾਨ ਐਸਾ ਨਹੀਂ ਹੈ ਕਿ ਜਿਸ ਨੇ ਨਾ ਖਾਧਾ ਹੋਵੇ। ਠੀਕ ਹੈ, ਫਿਰ ਉਸ ਤੋਂ ਬਾਅਦ ਗੱਲ ਹੁੰਦੀ ਹੈ ਬਲੀਦਾਨ ਦੀ, ਕਿ ਪੰਜਾਬ ਦੇ ਲੋਕਾਂ ਨੇ ਬਲੀਦਾਨ ਬੜਾ ਦਿੱਤਾ ਹੈ। ਐਂਡ ਫਿਰ ਉਹਨਾਂ ਨੇ ਲਾਸਟ 'ਚ ਗੱਲ ਕੀਤੀ ਰੈਵੋਲੂਸ਼ਨ ਦੀ, ਕਿ ਜਿਹੜਾ ਵੀ ਸਾਡੇ ਜਿਹੜੇ ਇਤਿਹਾਸ ਵਿੱਚ ਅਗਰ ਕੋਈ ਅੰਦੋਲਨ ਜਾਂ ਕੋਈ ਵੀ ਕ੍ਰਾਂਤੀਕਾਰੀ ਮੂਵਮੈਂਟ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਤਾਂ ਉਹ ਪੰਜਾਬ ਤੋਂ ਸ਼ੁਰੂ ਹੁੰਦਾ ਹੈ। ਤੇ ਹੁਣ ਜਿਹੜੇ ਲੋਕ ਨੇ ਜਿਹੜੇ ਆਖਦੇ ਨੇ ਕਿ ਹਾਂ ਬਈ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੀ ਕਾਹਤੋਂ ਬਹੁਤੀ ਪੀੜ ਮੱਚੀ ਏ, ਉਹੀ ਕਾਹਤੋਂ ਇੱਦਾਂ ਅੰਦੋਲਨ ਕਰ ਰਹੇ ਨੇ, ਉਹਨਾਂ ਨੂੰ ਹੀ ਕਾਹਤੋਂ ਮਤਲਬ ਜਿਹੜਾ ਕਿਸਾਨੀ ਜਿਹੜਾ ਬਿੱਲ ਹੈ ਉਹ ਇੰਨਾ ਚੁੱਭ ਰਿਹਾ। ਸੋ ਉਹਨਾਂ ਲੋਕਾਂ ਲਈ ਜਵਾਬ ਮੋਦੀ ਦੀ ਹੀ ਜਿਹੜੀ ਵੀਡੀਓ ਹੈ, ਮੋਦੀ ਦਾ ਹੀ ਜਿਹੜਾ ਬਿਆਨ ਹੈ, ਉਹ ਉਹਨਾਂ ਲੋਕਾਂ ਦੇ ਲਈ ਹੈ ਕਿ ਹਾਂ ਵੀ ਜੇ ਉਹਨੂੰ ਸਮਝ ਹੈ, ਕਿਉਂਕਿ ਇਤਿਹਾਸ ਇੱਕ ਤਰ੍ਹਾਂ ਦਾ ਨੋ ਡਾਊਟ ਉੱਥੇ ਭਾਵੇਂ ਉਹਨਾਂ ਨੇ ਆਪਣੇ ਇਲੈਕਸ਼ਨ ਪ੍ਰੋਪਾਗੈਂਡਾ ਦੇ ਜ਼ਰੀਏ ਉਹ ਚੀਜ਼ ਬੋਲੀ ਹੋਵੇ, ਪਰ ਅਗਰ ਆਮ ਤੌਰ 'ਤੇ ਵੇਖੀ ਜਾਵੇ ਗੱਲ, ਉਹ ਬਿਲਕੁਲ ਗੱਲ ਸੱਚੀ ਆ ਕਿ ਸਾਡੇ ਦੇਸ਼ ਭਰ ਵਿੱਚ ਜਦੋਂ ਵੀ ਕੋਈ ਮੂਵਮੈਂਟ ਉੱਠਿਆ, ਜਦੋਂ ਵੀ ਕੋਈ ਕ੍ਰਾਂਤੀਕਾਰੀ ਜਿਹੜੀ ਚੀਜ਼ ਹੈ, ਕੋਈ ਲਹਿਰ ਉੱਠੀ ਹੈ, ਉਸ ਵਿੱਚ ਸਭ ਤੋਂ ਵੱਧ ਜਿਹੜੀ ਪਾਰਟੀਸਪੇਸ਼ਨ ਹੈ ਉਹ ਸਾਡੇ ਪੰਜਾਬ ਦੀ ਹੀ ਹੈ। ਭਾਵੇਂ ਉਹਨਾਂ ਨੇ ਇਲੈਕਸ਼ਨ ਪ੍ਰੋਪਾਗੈਂਡਾ ਦੀ ਚੀਜ਼ ਵਰਤੀ ਹੋਵੇ, ਪਰ ਇਹ ਗੱਲ ਇੱਕ ਬਿਲਕੁਲ ਸੱਚ ਗੱਲ ਹੈ। ਦੇਖੋ ਤੁਸੀਂ ਫਿਰ ਭੋਲੀਆਂ ਗੱਲਾਂ ਕਰਦੇ ਹੋ, ਕਿਉਂਕਿ ਇਹ ਜਿਹੜੇ ਲੋਕ ਹੁੰਦੇ ਨੇ ਸ਼ਾਇਦ ਇਹ ਸਿਆਸਤ ਦੇ ਲਈ ਕੁਝ ਵੀ ਕਰਦੇ ਨੇ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂਗਾ। ਮੈਨੂੰ ਲੱਗਦਾ ਹੁੰਦਾ ਕਿ ਮੈਂ ਹਰ ਵਾਰ, ਸ਼ਾਇਦ ਉਹ ਕਈ ਲੋਕ ਸਮਝਦੇ ਕਿ ਉਹ ਐਗਜ਼ਾਮਪਲ ਚੰਗੀ ਨਹੀਂ ਹੈਗੀ, ਪਰ ਮੈਨੂੰ ਲੱਗਦਾ ਕਿ ਮੇਰਾ ਫਰਜ਼ ਹੈ ਉਹ ਚੀਜ਼ ਕਹਿਣਾ।
ਤੁਸੀਂ ਦੇਖਿਆ ਹੋਣਾ ਕਿ ਸਿੱਧੂ ਬਹੁਤ ਚੰਗਾ ਬੁਲਾਰਾ ਆ। ਜਦੋਂ ਸਿੱਧੂ ਬੀਜੇਪੀ 'ਚ ਸੀਗਾ ਤੇ ਉਹ ਸਾਰੀਆਂ ਗੱਲਾਂ ਬੀਜੇਪੀ ਦੇ ਲਈ ਕਹਿੰਦਾ ਸੀ, ਤੇ ਜਦੋਂ ਹੀ ਸਿੱਧੂ ਹੁਣਾਂ ਨੇ ਪਾਸਾ ਪਲਟ ਕੇ ਜਿਹੜੀ ਕਾਂਗਰਸ ਦੇ ਲਈ ਜਿਹੜਾ ਹੈ ਇਹ ਉਹਨਾਂ ਦੇ ਰਾਸ਼ਟਰੀ ਉਹ ਵੀ ਲੋ ਫੇਸ ਰਿਹਾ ਆ, ਜਿਹੜਾ ਇੱਕ ਕਹਿੰਦੇ ਹੁੰਦੇ ਉਹਨੂੰ ਕੈਂਪੇਨ ਦਾ, ਤੇ ਉਹ ਜਦੋਂ ਉਸ ਫੇਸ ਬਣ ਗਏ ਸੀਗੇ ਉਸ ਚੀਜ਼ ਦੇ, ਤਾਂ ਉਹਨਾਂ ਨੇ ਉਹ ਸਾਰੀਆਂ ਗੱਲਾਂ ਹੀ ਜਿਹੜੀਆਂ ਉਹ ਪਹਿਲਾਂ ਬੀਜੇਪੀ ਦੇ ਵਿੱਚ ਰਹਿ ਕੇ ਕਰਦੇ ਸੀ, ਉਹੀ ਸਾਰੀਆਂ ਗੱਲਾਂ ਉਹਨਾਂ ਨੇ ਕਾਂਗਰਸ ਦੇ ਵਿੱਚ ਰਹਿ ਕੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦਾ ਸ਼ਬਦਾਂ ਦਾ ਜਾਲ ਜਿਹੜਾ ਆ ਉਹ ਇੰਨੇ ਸੋਹਣੇ ਤਰੀਕੇ ਨਾਲ ਬੁਣਦੇ, ਅਗਲਾ ਕਹਿੰਦਾ ਵੀ ਭਾਈ ਬੰਦਾ ਹੀ ਇਹ ਆ। ਚਲੋ ਮੈਂ ਉਹਨਾਂ ਦੀ ਇਹ ਪਰਸਨਲ ਟਿੱਪਣੀ ਤੇ ਨਹੀਂ ਕਰਦਾ ਕਿ ਉਹ ਕਿਵੇਂ ਦੇ ਸਿਆਸਤਦਾਨ ਹੈ, ਕਿੱਦਾਂ ਦੇ ਹੈਗੇ ਨੇ, ਪਰ ਉਹ ਚੰਗੇ ਬੁਲਾਰੇ ਆ। ਇੱਦਾਂ ਦੇ ਸਾਰੇ ਸਿਆਸਤਦਾਨ ਹੁੰਦੇ ਨੇ, ਉਹ ਅੱਜ ਕੁਝ ਹੋਰ ਕਹਿ ਰਹੇ ਨੇ, ਕੱਲ੍ਹ ਨੂੰ ਕੁਝ ਹੋਰ ਕਹਿ ਰਹੇ ਨੇ। ਜਦੋਂ ਸਰਕਾਰ ਜਿਹੜੀ ਹੈ, ਤੁਸੀਂ ਦੇਖੋ ਕਿ ਜਿਹੜੀ ਨੋਟਬੰਦੀ ਆ ਉਹ ਐਡਾ ਵੱਡਾ ਜਿਹੜਾ ਫੇਲੀਅਰ ਸੀ ਗਵਰਨਮੈਂਟ ਦਾ, ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕਿਹਾ। ਇੱਦਾਂ ਦੇ ਲੋਕ ਥੋੜ੍ਹੇ ਹੁੰਦੇ ਜਿਹੜੇ ਚੁੱਪ ਰਹਿ ਜਾਂਦੇ ਨੇ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਮੋਦੀ ਸਾਹਿਬ ਇਹਨਾਂ ਗੱਲਾਂ ਦੇ ਉੱਤੇ ਚੁੱਪ ਰਹਿਣਾ ਤਾਂ ਸਿੱਖ ਲੈਂਦੇ ਆ ਜਦੋਂ ਫੇਲੀਅਰ ਹੋ ਜਾਂਦਾ ਆ, ਪਰ ਜਦੋਂ ਭਾਸ਼ਣ ਬਦਲਦੇ ਆ ਨਾ, ਫਿਰ ਕਮਾਲ ਦਾ ਭਾਸ਼ਣ ਬਦਲਦੇ ਆ। ਤੁਸੀਂ ਬਿਹਾਰ ਦੀ ਗੱਲ ਕਰ ਲਓ, ਬਿਹਾਰ ਦੇ ਵਿੱਚ ਉਹ ਕਹਿ ਕੇ ਆਏ ਸੀਗੇ ਵੀ ਭਾਈ ਮੈਂ ਜਦੋਂ ਸਾਡੀ ਇੱਥੇ ਜਨਤਾ ਜਦੋਂ ਅਸੀਂ ਚੁਣੇ ਗਏ ਤਾਂ ਅਸੀਂ ਹਰ ਕਿਸੇ ਨੂੰ ਜਿਹੜਾ ਹੈ ਪਹੁੰਚਦੀ ਕਰ ਦਾਂਗੇ ਦਵਾਈ। ਤੇ ਜਦੋਂ ਹੁਣ ਭਾਈ ਉੱਥੇ ਇਲੈਕਸ਼ਨ ਜਿੱਤ ਲਏ ਆ, ਫਿਰ ਇਹਨਾਂ ਦੀਆਂ ਸਟੇਟਮੈਂਟਾਂ ਬਦਲ ਗਈਆਂ। ਉਹ ਕਹਿੰਦੇ ਜੀ ਫੋਰ ਫਰੰਟ ਦੇ ਸਭ ਨੂੰ ਤਾਂ ਦੇਣ ਦੀ ਲੋੜ ਹੀ ਨਹੀਂ ਦਵਾਈ, ਇਹ ਤਾਂ ਸਿਰਫ ਉਹਨੂੰ ਦੇਣ ਦੀ ਲੋੜ ਆ ਜਿਹਦੇ ਟਰਾਂਸਮਿਸ਼ਨ ਜਿੱਥੇ ਚੇਨ ਤੋੜਨੀ ਆ। ਸੋ ਕਿਤੇ ਨਾ ਕਿਤੇ ਭਾਸ਼ਣਾਂ ਦੇ ਉੱਤੇ ਤਾਂ ਯਕੀਨ ਭੋਲੇ ਬੰਦੇ ਕਰਦੇ ਹੁੰਦੇ, ਜਿੱਦਾਂ ਤੁਸੀਂ ਹੁਣ ਕਰਨ ਡੇ ਜੋ, ਤੇ ਇਹ ਗੱਲਾਂ ਤਾਂ ਕਹਿਣ ਨੂੰ ਹੁੰਦੀਆਂ ਨੇ। ਜੀ। ਸੋ ਖੈਰ ਸਾਹਿਬ, ਹੁਣ ਜੇ ਗੱਲ ਕਰੀਏ ਓਪੋਜੀਸ਼ਨ ਦੀ, ਤਾਂ ਓਪੋਜੀਸ਼ਨ ਅੱਜ ਕਾਫੀ ਸੁਰਖੀਆਂ ਵਿੱਚ ਹੈ, ਕਿਉਂਕਿ ਰਾਹੁਲ ਗਾਂਧੀ ਸਣੇ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ ਜਿਹੜੇ ਨੇ ਉਸ ਮੋਰਚਾ ਜਿਹੜਾ ਹੈ ਉਹਨਾਂ ਨੇ ਜਿਹੜਾ ਉੱਥੇ ਰੈਲੀ ਵਗੈਰਾ ਜਿਹੜੀ ਹੈ ਦਿੱਲੀ ਵਿੱਚ ਕੱਢਣ ਜਾ ਰਹੇ ਸੀਗੇ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਦਿੱਲੀ ਵਿੱਚ 144 ਧਾਰਾ ਵੀ ਲਗਾ ਦਿੱਤੀ ਗਈ। ਸੋ ਉੱਥੇ ਜਿਹੜੇ ਰਾਹੁਲ ਗਾਂਧੀ ਨੇ ਜਾਂ ਹੋਰ ਇਹਨਾਂ ਦੇ ਨਾਲ ਜਿਹੜੇ ਮੈਂਬਰ ਸੀਗੇ ਉਹ ਰਾਸ਼ਟਰਪਤੀ ਨੂੰ ਮਿਲਣ ਗਏ, ਉਸ ਤੋਂ ਬਾਅਦ ਵਾਪਸ ਵੀ ਆਏ। ਉਸ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਬਿਆਨ ਵੀ ਕਰਤਾ ਕਿ ਇਸ ਵਕਤ ਦੇਸ਼ ਭਰ ਵਿੱਚ ਜਿਹੜੀ ਲੋਕਤੰਤਰ ਹੈ ਉਹ ਨਹੀਂ ਹੈ, ਸਿਰਫ ਨਾਮ ਦੀ ਡੈਮੋਕ੍ਰੇਸੀ ਹੈ। ਤੇ ਇਸ ਵਕਤ ਕਹਿੰਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਬੰਦਾ ਗਲਤ ਆਖ ਰਿਹਾ ਨਾ, ਉਹਨੂੰ ਟੈਰਰਿਸਟ ਜਾਂ ਐਂਟੀ ਨੈਸ਼ਨਲਿਸਟ ਕਿਹਾ ਜਾ ਰਿਹਾ। ਜੀ, ਤੁਸੀਂ ਦੇਖ ਲਓ, ਇਹ ਪਹਿਲੀ ਵਾਰੀ ਮੈਨੂੰ ਲੱਗਦਾ ਕਿ ਚੰਗਾ ਬਿਆਨ ਜਿਹੜਾ ਇਹਨਾਂ ਨੇ ਦੇ ਦਿੱਤਾ। ਬਿਲਕੁਲ ਉਸੇ ਤਰੀਕੇ ਨਾਲ ਜਦੋਂ ਇਹਨਾਂ ਨੂੰ ਲੱਗਦਾ ਸੀ ਕਿ ਬਈ ਹੁਣ ਗੰਗਾ ਵਹਿਣ ਡਈ ਹੈ, ਅਸੀਂ ਹੱਥ ਧੋ ਲਈਏ। ਮੈਂ ਉਦੋਂ ਵੀ ਕਿਹਾ ਸੀ ਵੀ ਹੱਥ ਤਾਂ ਧੋਵੋ ਜਨਾਬ, ਪਰ ਗੰਗਾ ਮੈਲੀ ਤੇ ਨਾ ਕਰੋ ਜਿਵੇਂ ਪਹਿਲਾਂ ਤੁਸੀਂ ਕਰ ਦਿੱਤੀ ਹੈ। ਹੁਣ ਇਹ ਗੱਲ ਬਹੁਤ ਚੰਗੀ ਆ ਕਿ ਇਹਨਾਂ ਨੂੰ ਵੀ ਸੇਕ ਜਿਹੜਾ ਲੱਗਣਾ ਸ਼ੁਰੂ ਕਰ ਦਿੱਤਾ। ਇਹ ਗਵਰਨਮੈਂਟ ਨੇ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਜਾਂ ਤੇ ਸੈਂਟਰ ਦੀਆਂ ਏਜੰਸੀਆਂ ਉਹਦੇ ਤੇ ਚੜਾ ਦਿੰਦੇ ਨੇ, ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਦੂਸਰਾ ਹੋਰ ਕਾਰਨ ਆ ਵੀ ਕੱਲ੍ਹ ਨੂੰ ਭਾਈ ਅਸੀਂ ਵੀ ਜਦੋਂ ਸੱਤਾ 'ਚ ਆਉਣਾ ਆ ਤੇ ਜਿਹੜੇ ਉੱਪਰ ਸਾਡੇ ਕਾਰਪੋਰੇਟ ਵਾਲੇ ਅੰਕਲ ਹੁਣੀ ਬੈਠੇ ਨੇ, ਅਸੀਂ ਵੀ ਤਾਂ ਉਹਨਾਂ ਤੋਂ ਦਵਾਈਆਂ ਲੈ ਕੇ ਫਿਰ ਚੜ੍ਹਨਾ ਆ, ਤੰਦਰੁਸਤ ਹੋਣਾ ਆ। ਇਸ ਕਰਕੇ ਸ਼ਾਇਦ ਨਹੀਂ ਉਹ ਬੋਲਦੇ ਹੈਗੇ। ਦੂਸਰੀ ਗੱਲ ਉਹਨੇ ਕਿਹਾ ਵੀ ਜਿਹੜੀ ਇਮੈਜੀਨੇਸ਼ਨ ਆ, ਜਿਹੜੇ ਲੋਕਤੰਤਰ ਆ ਉਹ ਤਾਂ ਹੈ ਹੀ ਨਹੀਂ, ਬਸ ਇੱਕ ਝੋਲਾ ਆ। ਭਾਈ ਤੁਸੀਂ ਵੀ ਤਾਂ ਇੱਕ ਝੋਲਾ ਹੀ ਬਣੇ ਹੋਏ ਹੋ। ਇੱਦਾਂ ਲੱਗਦਾ ਕਿ ਓਪੋਜੀਸ਼ਨ ਵੀ ਹੈ ਨਹੀਂ ਗੀ, ਇੱਕ ਤਰੀਕੇ ਨਾਲ ਝੋਲਾ ਆ। ਮੈਂ ਇਹ ਨਹੀਂ ਕਹਿੰਦਾ ਕਿ ਉਹ ਬੋਲੇ ਜਾਂ ਉਹ ਗਲਤ ਬੋਲੇ ਜਾਂ ਚੰਗਾ ਬੋਲੇ। ਓਪੋਜੀਸ਼ਨ ਨੂੰ ਜਿਹੜਾ ਬਣਦਾ ਰੋਲ ਜਿਹੜਾ ਹੈ ਉਹ ਅਜੇ ਤੱਕ ਨਹੀਂ ਓਪੋਜੀਸ਼ਨ ਨੇ ਕਿਤੇ ਦਿੱਤਾ। ਜੇ ਓਪੋਜੀਸ਼ਨ ਚੰਗੀ ਹੋਵੇ ਨਾ ਮੋਹਿਤ ਜੀ, ਤਾਂ ਸਾਡਾ ਮੁਲਕ ਜਿਹੜਾ ਉਹ ਸਵਰਗ ਬਣ ਸਕਦਾ ਹੈ। ਜਿਵੇਂ ਅੱਛੇ ਦਿਨ ਦੀ ਗੱਲ ਆਪਾਂ ਕਰਦੇ ਆ ਨਾ, ਤੇ ਬਾਕੀ ਅੱਛੇ ਦਿਨ ਆ ਸਕਦੇ ਆ। ਕਿਉਂਕਿ ਜੋ ਤੁਹਾਨੂੰ ਡੰਡੇ ਦਾ ਡਰ ਹੁੰਦਾ ਨਾ, ਕਈ ਵਾਰੀ ਤੁਸੀਂ ਸਕੂਲ 'ਚ ਮਾਸਟਰ ਲੱਗੇ ਹੋਣੇ ਤਾਂ ਪਿੱਛੇ ਜਿਹੜੇ ਕਈਆਂ ਦੇ ਜਵਾਕਾਂ ਦੇ ਜਿਹੜੇ ਮਾਈ ਬਾਪ ਹੁੰਦੇ ਨਾ, ਉਹ ਵਾਹਵਾ ਮਾਸਟਰ ਨੂੰ ਦਿੰਦੇ ਵੀ ਬਾਈ ਮਾਸਟਰਾ ਜੇ ਸਾਡਾ ਮੁੰਡਾ ਨਾ ਚੱਲਿਆ ਤੇ ਅਸੀਂ ਤੈਨੂੰ ਨਹੀਂ ਛੱਡਣਾ ਹੈਗਾ। ਉਹ ਮਾਸਟਰ ਫਿਰ ਉਹਨਾਂ ਦੇ ਡਰ ਨਾਲ ਹੀ ਜਿਹੜਾ ਹੈ ਨਾ ਉਹ ਚੰਗੇ ਤਰੀਕੇ ਨਾਲ ਉਹ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਵੀ ਬਾਈ ਜੇ ਤਾਂ ਇਹ ਮੁੰਡਾ ਨਾ ਚੱਲਿਆ ਤੇ ਇਹਨਾਂ ਨੇ ਮੈਨੂੰ ਇੱਥੋਂ ਚੱਲਦਾ ਕਰ ਦੇਣਾ। ਸੋ ਇਸ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਕੰਮ ਕਰਦੇ ਆ, ਇਹਨਾਂ ਨੂੰ ਵੀ ਇੰਨਾ ਕੁ ਡਰ ਹੋਣਾ ਚਾਹੀਦਾ ਵੀ ਭਾਈ ਜੇ ਅਸੀਂ ਨਾ ਚਲਾਇਆ ਚਾਹੇ ਦੇਸ਼ ਚੰਗੇ ਤਰੀਕੇ ਨਾਲ, ਬਾਕੀ ਦੇਸ਼ ਤਾਂ ਚੱਲ ਨਹੀਂ ਡਿਆ, ਅੱਖਾਂ ਬੰਦ ਕਰਕੇ ਚਲਾਉਣ ਡਿਆ, ਪਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਕਿਤੇ ਅਸੀਂ ਜਿਹੜੀ ਸਾਡੀ ਨਜ਼ਰ ਅਸੀਂ ਘਟਾ ਦਿੱਤੀ ਹੈ, ਜੇ ਚੰਗੀਆਂ ਪਾਲਿਸੀਆਂ ਨਹੀਂ ਲਿਆਂਦੀਆਂ ਤੇ ਓਪੋਜੀਸ਼ਨ ਨੇ ਰੌਲਾ ਪਾ ਦੇਣਾ। ਤੇ ਜਦੋਂ ਰੌਲਾ ਪੈ ਗਿਆ ਤੇ ਫਿਰ ਸਾਡੀ ਜਿਹੜੀ ਟਰਮ ਆ ਜਾਂ ਫਿਰ ਸਾਡੀ ਜਿਹੜੀ ਚੀਜ਼ ਹੈ ਉਹ ਜਿਹੜੀ ਹੈ ਗੱਲ ਨਹੀਂ ਬਣਨੀ। ਮੈਨੂੰ ਲੱਗਦਾ ਇਤਿਹਾਸਕ ਹੋਊਗਾ ਜੇ ਇੱਦਾਂ ਦਾ ਕਦੀ ਕੋਈ ਫੈਸਲਾ ਹੋਇਆ ਹੋਊਗਾ ਜਾਂ ਹੋਣਾ ਹੋਵੇ ਅਜੇ, ਕਿ ਜਦੋਂ ਕੋਈ ਜਿਹੜਾ ਹੁਣ ਪ੍ਰਧਾਨ ਮੰਤਰੀ ਆ ਉਹ ਚੰਗਾ ਕੰਮ ਨਾ ਕਰੇ ਤੇ ਉਹਨੂੰ ਨਾਲ ਦੀ ਨਾਲ ਭਾਈ ਚੱਲਦਾ ਕਰ ਦਈਏ, ਹੈ ਨਾ। ਨਹੀਂ, ਇੱਥੇ ਤਾਂ ਇਹ ਗੱਲ ਹੁੰਦੀ ਆ ਕਿ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਨਾਲ ਦੀ ਨਾਲ ਇਹ ਚੱਲਦਾ ਕਰ ਦਿੰਦੇ ਵੀ ਤੂੰ ਸਾਡੇ ਲਈ ਸੂਟੇਬਲ ਨਹੀਂ ਹੈਗਾ, ਤੂੰ ਤਾਂ ਸਾਡਾ ਵੀ ਖਾਣਾ ਜਿਹੜਾ ਖਰਾਬ ਕਰੇਗਾ, ਹੈ ਨਾ। ਚੋਰ ਤੇ ਕੁੱਤੀ ਰਲਦੇ ਆ ਇੱਥੇ। ਜੇ ਕੁੱਤੀ ਜਿਹੜੀ ਆ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਅਸੀਂ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ, ਉੱਤੇ ਹੁਣ ਤੁਸੀਂ ਹੱਸ ਪੈਣਾ ਵੀ ਚੌਕੀਦਾਰ ਮੈਂ ਕਹਿਣ ਡਿਆ, ਉਹ ਗੱਲ ਨਹੀਂ ਹੈਗੀ। ਜੇ ਸਾਡਾ ਜਿਹੜਾ ਸਿਕਿਉਰਿਟੀ ਗਾਰਡ ਆ ਜਾਂ ਚੌਕੀਦਾਰ ਹੈ ਉਹ ਚੋਰਾਂ ਦੇ ਨਾਲ ਨਾ ਰਲੇ ਨਾ, ਤੇ ਫੇਰ ਹੀ ਗੱਲ ਬਣਦੀ ਆ, ਉੱਦਾਂ ਤਾਂ ਗੱਲ ਨਹੀਂ ਬਣਨੀ ਜੀ। ਸੋ ਜਿਹੜੀ ਗੱਲ ਹੈ ਉਹ ਤਾਂ ਹਰ ਥਾਂ ਜਿਹੜੀ ਬਣ ਰਹੀ ਹੈ, ਕਿਉਂਕਿ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਜਿਹੜੀ ਸਰਕਾਰ ਹੈ ਹਨਾ,
ਉਹਨਾਂ ਦੀਆਂ ਜਿਹੜੇ ਉਹ ਆਪਣੇ ਸਿਕਿਉਰਿਟੀ ਗਾਰਡ ਨੇ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਸੂਬਿਆਂ ਦੇ ਮੁੱਖ ਮੰਤਰੀ ਨੇ, ਹੈ ਨਾ, ਉਹ ਰਲੇ ਹੋਏ ਨੇ ਬੇਸਿਕਲੀ, ਹੈ ਨਾ। ਸੋ ਹੁਣ ਉਹਨਾਂ ਦਾ ਘਿਰਾਓ ਵੀ ਕੀਤਾ ਜਾ ਰਿਹਾ। ਅਸੀਂ ਕੱਲ੍ਹ ਗੱਲ ਕੀਤੀ ਕਿ ਪਰਸੋਂ ਜਿਹੜਾ ਜਦੋਂ ਉੱਥੋਂ ਦੇ ਹਰਿਆਣਾ ਦੇ ਜਿਹੜੇ CM ਨੇ, ਹੈ ਨਾ, ਮਨੋਹਰ ਲਾਲ ਖੱਟੜ ਜਦੋਂ ਲੰਘ ਰਹੇ ਸੀਗੇ ਤਾਂ ਉੱਥੋਂ ਦੇ ਕਿਸਾਨਾਂ ਨੇ ਉਹਦਾ ਘਿਰਾਓ ਕੀਤਾ, ਕਾਲੀਆਂ ਝੰਡੀਆਂ ਦਿਖਾਈਆਂ। ਮੈਂ ਬਾਰ-ਬਾਰ ਕਹਿ ਰਿਹਾ ਕਿ ਉਹਨਾਂ ਨੇ ਕੋਈ ਵੀ ਹਿੰਸਾ ਨਹੀਂ ਕੀਤੀ, ਕੋਈ ਨੁਕਸਾਨ ਨਹੀਂ ਕੀਤਾ ਗੱਡੀਆਂ ਦੇ ਕਾਫਲੇ ਦਾ, ਬਸ ਉਹਨਾਂ ਨੂੰ ਕਾਲੇ ਝੰਡੇ ਦਿਖਾਏ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਕੀ ਕੀਤਾ ਕਿ ਹਾਂ ਵੀ ਉਹਨਾਂ ਲੋਕਾਂ ਦੇ ਖਿਲਾਫ, ਹੈ ਨਾ, ਉਹ ਮਤਲਬ ਕਿ ਕੇਸ ਦਰਜ ਕਰ ਦਿੱਤਾ ਕਿ ਹਾਂ ਵੀ ਅਟੈਂਪਟ ਟੂ ਮਰਡਰ ਤੱਕ ਦਾ ਪਾ ਦਿੱਤਾ ਕਿ ਹਾਂ ਵੀ ਇਹਨਾਂ ਨੇ ਤੇ ਜਾਨ ਲੈਣ ਦੀ ਕੋਸ਼ਿਸ਼ ਕਰਤੀ, ਹੈ ਨਾ। ਸੋ ਐਡਾ ਵੱਡਾ ਕੇਸ ਪਾ ਦੇਣਾ ਜਦ ਕਿ ਤੁਹਾਡੇ ਆਪਣੇ ਕੰਮ ਚੱਜਦੇ ਨਹੀਂ ਸੀਗੇ। ਤੇ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੁਬਾਰਾ ਦੇਖ ਸਕਦੇ ਹੋ ਕਿ ਕੋਈ ਕਿਸੇ ਨੂੰ ਕੋਈ ਪਥਰਾਵ ਨਹੀਂ ਕੀਤਾ ਗਿਆ, ਕੋਈ ਭੰਨ ਤੋੜ ਨਹੀਂ ਕੀਤੀ ਗਈ, ਬਸ ਤੇ ਬਸ ਕਾਲੇ ਝੰਡੇ ਦਿਖਾ ਕੇ ਜਿਹੜਾ ਆਪਣਾ ਰੋਸ ਹੈ ਜੋ ਕਿ ਮੁਜ਼ਾਹਰੇ ਕਰਨ ਦਾ, ਮੈਂ ਕਹਿੰਦਾ ਇੱਕ ਪੂਰੀ ਡੈਮੋਕ੍ਰੇਸੀ ਦੇ ਅੰਦਰ ਹਰ ਇੱਕ ਨੂੰ ਹੱਕ ਹੈ, ਬਸ ਉਹ ਚੀਜ਼ ਕੀਤੀ ਗਈ। ਉਸ ਤੋਂ ਬਾਅਦ ਅੱਛਾ ਸਿਮਿਲਰ ਗੱਲ ਯੂਪੀ 'ਚ ਵੀ ਹੋਈ। ਯੂਪੀ ਦੇ ਵਿੱਚ ਕਾਫੀ ਸਾਰੇ ਕਿਸਾਨ ਜਦੋਂ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਆਏ ਸਨ ਤਾਂ ਉੱਥੇ ਜੀ ਫਿਰ ਉੱਥੋਂ ਦੇ ਜਿਹੜੇ ਲੋਕਲ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਨੇ, ਹੈ ਨਾ, ਉਹਨਾਂ ਕਿਸਾਨਾਂ ਦੇ ਘਰ ਚਿੱਠੀਆਂ ਭੇਜ ਦਿੱਤੀਆਂ ਕਿ ਬਈ ਤੁਸੀਂ ਤਾਂ ਬਈ ਮਾਹੌਲ ਖਰਾਬ ਕਰਨ ਦਿਓ, ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਲਾਓ ਜੀ 50,000 ਰੁਪਏ ਦਾ ਜੁਰਮਾਨਾ। ਸੋ ਪਤਾ ਨਹੀਂ ਕਿਹੜੇ ਐਕਟ ਬਣਾ ਕੇ, ਕਿਹੜੇ ਕਾਨੂੰਨ ਬਣਾ ਕੇ ਉਹਨਾਂ ਨੂੰ ਜੁਰਮਾਨੇ ਦੀਆਂ ਜੀ ਚਿੱਠੀਆਂ ਭੇਜ ਦਿੱਤੀਆਂ ਕਿ ਹਾਂ ਵੀ ਤੁਸੀਂ ਤਾਂ ਆਹ ਚੀਜ਼ ਕਰਨ ਦਿਓ। ਕਹਿਣ ਦਾ ਭਾਵ ਕਿ ਲੋਕਾਂ ਨੂੰ ਡਰਾਇਆ ਜਾ ਰਿਹਾ, ਚਾਹੇ ਫਾਈਨ ਦੀ ਗੱਲ ਹੋਵੇ, ਚਾਹੇ ਉਹਨੂੰ ਜੇਲ੍ਹ 'ਚ ਮਤਲਬ ਭੇਜਣ ਦੀ ਗੱਲ ਹੋਵੇ। ਸੋ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਹਾਂ ਵੀ ਤੁਸੀਂ ਇਸ ਅੰਦੋਲਨ ਦਾ ਹਿੱਸਾ ਨਾ ਬਣੋ, ਆਪਣੀ ਆਵਾਜ਼ ਜਿਹੜੀ ਹੈ ਉਹ ਤੁਸੀਂ ਨਾ ਚੱਕੋ, ਆਪਣੇ ਹੱਕ ਦੀ ਗੱਲ ਤੁਸੀਂ ਨਾ ਕਰੋ। ਬਾਕੀ ਤੁਹਾਡੀਆਂ ਗੱਲਾਂ ਤਾਂ ਸਾਰੀਆਂ ਸਹੀ ਆ, ਪਰ ਜਿਹੜੀ ਤੁਸੀਂ ਕਹਿੰਦੇ ਆ ਕਿ ਉਹਨਾਂ ਨੇ ਜਾਨ ਜਿਹੜੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਦਰਅਸਲ ਗਲਤ ਆ। ਬਈ ਉਹਨਾਂ ਦੀ ਜਾਨ ਤੇ ਚਲੇ ਗਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ। ਦੇਖੋ ਉਹ ਜਿਹੜਾ ਬੰਦਾ ਜਿਹਨੂੰ ਸੀ ਲੱਗਦਾ ਕਿ ਬਈ ਮੇਰੇ ਖਿਲਾਫ ਤਾਂ ਕੁਝ ਹੋ ਨਹੀਂ ਸਕਦਾ, ਮੇਰੇ ਕੋਲ ਤਾਂ ਵੱਡੀਆਂ ਪਾਵਰਾਂ ਆ, ਜੈਡ ਸਿਕਿਉਰਿਟੀਆਂ ਆ, ਉਹਦੀ ਜਾਨ ਤਾਂ ਆਪੇ ਚਲੇ ਜਾਣੀ ਆ। ਜਦੋਂ ਪਤਾ ਲੱਗਿਆ ਵੀ ਇਹ ਲੋਕੀ ਜਿਹੜੇ ਅਸੀਂ ਟੀਕੇ ਲਵਾ ਕੇ ਸੁੰਨ ਕੀਤੇ ਹੋਏ ਸੀਗੇ, ਜਿਨ੍ਹਾਂ ਨੂੰ ਅਸੀਂ ਲਗਾਤਾਰ ਡਰਾ ਰੱਖਿਆ ਸੀ, ਇਹ ਲੋਕ ਉੱਠ ਗਏ ਆ, ਤਾਂ ਫਿਰ ਉਹਨਾਂ ਦੀ ਜਾਨ ਤੇ ਚਲੀ ਜਾਣੀ ਆ। ਹੁਣ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਇਹਨਾਂ ਦੀ ਜਾਨ ਜਿਹੜੀ ਹੈ ਉਹ ਉਹਦੇ ਤੇ ਹਮਲਾ ਨਹੀਂ ਹੋਣ ਡਿਆ। ਚਾਹੇ ਇੱਥੇ ਬਾਦਲ ਸਰਕਾਰ ਹੋਵੇ, ਕੈਪਟਨ ਅਮਰਿੰਦਰ ਹੋਵੇ, ਜਾਂ ਸੈਂਟਰ 'ਚ ਬੈਠੀ ਹੋਈ BJP ਸਰਕਾਰ ਹੋਵੇ, ਇਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਚਲੇ ਜਾਣ ਵਾਲੀ ਗੱਲ ਹੁੰਦੀ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਬਈ ਉਹ ਲੋਕ ਜਿਹਨਾਂ ਨੂੰ ਅਸੀਂ ਸਾਰੀ ਉਮਰ ਲਵਾ ਦਿੱਤੀ, ਪਤਾ ਨਹੀਂ ਕਿੰਨਾ ਟਾਈਮ ਲੱਗਿਆ ਸੀ, ਜਿਨ੍ਹਾਂ ਨੂੰ ਇਹਨਾਂ ਦੀਆਂ ਕੌਮਾਂ ਮਾਰਨ ਨੂੰ ਗੱਲ ਕਰਨ ਦਿੱਤੀ, ਉਹ ਇਹ ਕਿਵੇਂ ਉੱਠ ਸਕਦੇ ਆ, ਕਿੱਦਾਂ ਇਹ ਮੁੜ ਸੁਰਜੀਤ ਹੋ ਸਕਦੇ ਆ ਤੇ ਜਾਨ ਤੇ ਜਾ ਹੀ ਸਕਦੀ ਆ। ਬਾਕੀ ਮੈਂ ਉਹ ਗੱਲ ਕਹਿਣਾ ਕਿ ਖੱਟਰ ਸਾਹਿਬ ਹਮੇਸ਼ਾ ਕਹਿੰਦੇ ਵੀ ਹਰਿਆਣੇ ਵਾਲੇ ਤੇ ਕਿਸਾਨ ਹੈ ਹੀ ਨਹੀਂ ਗੇ, ਪਰ ਹੁਣ ਹਰਿਆਣੇ ਵਾਲੇ ਕਿਸਾਨ ਉੱਥੇ ਵੀ ਨਹੀਂ ਹੋਣੇ। ਇਹ ਤਾਂ ਪੰਜਾਬ ਤੋਂ ਥੋੜੇ ਬੰਦੇ ਗਏ ਹੋਣੇ ਆ ਜਿਨ੍ਹਾਂ ਦੇ ਏਲੀਅਨ ਹੋ ਸਕਦੇ ਨੇ, ਹਨਾ, ਜਾਂ ਫਿਰ ਐਂਟੀ ਨੈਸ਼ਨਲਿਸਟ ਹੋ ਸਕਦੇ ਨੇ, ਕਿਉਂਕਿ ਜਿਵੇਂ ਜੋੜਿਆ ਜਾ ਰਿਹਾ ਕਿ ਹਾਂ ਵੀ ਖਾਲਿਸਤਾਨੀ ਨੇ, ਪਾਕਿਸਤਾਨੀ ਨੇ, ਕੈਨੇਡਾ ਸਪੋਰਟਰ ਨੇ, ਸੋ ਕੋਈ ਵੀ ਹੋ ਸਕਦਾ, ਪਰ ਹਰਿਆਣੇ ਵਾਲੇ ਤਾਂ ਹੋ ਹੀ ਨਹੀਂ ਸਕਦੇ। ਔਰ ਹੁਣ ਇਦਾਂ ਵੀ ਗੱਲ ਹੈ ਕਿ ਇਹ ਜਿਹੜੇ ਐਂਟੀ ਨੈਸ਼ਨਲ ਆਏ ਸੀਗੇ, ਜਿਹੜੇ ਵੱਖਵਾਦੀ ਉੱਥੇ ਆਏ ਸੀਗੇ, ਇਹਨਾਂ ਨੂੰ ਹਰਿਆਣਵੀ ਵੀ ਆਉਂਦੀ ਸੀ, ਤੇ ਜਿਹੜੀਆਂ ਗਾਲਾਂ ਕੱਢਦੇ ਸੀ ਉਹ ਹਰਿਆਣਵੀ ਵਾਲੀਆਂ ਸਪੈਸ਼ਲ ਸਿੱਖ ਕੇ ਆਏ ਸੀਗੇ, ਤੇ ਆਧਾਰ ਕਾਰਡ ਤੇ ਵੀ ਸਪੈਸ਼ਲ ਲਿਖਿਆ ਹੋਇਆ ਸੀਗਾ ਕਿ ਹਾਂ ਵੀ ਕੋਈ ਕਿੱਥੋਂ ਦਾ ਤੇ ਕੋਈ ਕਿੱਥੋਂ ਦਾ, ਹਰਿਆਣੇ ਦਾ। ਉਹ ਮੈਨੂੰ ਲੱਗਦਾ ਫਿਰ ਇਹ ਜਿਹੜੀ ਗੱਲ ਹੈ ਨਾ, ਤੇ ਇਦਾਂ ਦੀਆਂ ਗੱਲਾਂ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ ਵੀ ਭਾਈ ਅੱਗੇ ਤੋਂ ਇਹ ਬੈਰੀਕੇਡ ਲਾ ਕੇ ਰੱਖਣ, ਜਾਂ ਸੜਕ ਪਟਾ ਦਿੰਦੇ ਆਲੇ ਦੁਆਲੇ। ਅੱਗੇ ਹੁੰਦਾ ਨਾ ਮਹਾਰਾਜੇ ਕਿਲੇ ਬਣਾ ਦਿੰਦੇ ਸੀਗੇ, ਉਹ ਕਿਲੇ ਦੇ ਪਾਸੇ ਜਿਹੜੀ ਆ ਸੜਕ ਪੁੱਟੀ ਹੁੰਦੀ ਸੀ ਵੀ ਜੋ ਕੋਈ ਰਾਤ ਨੂੰ ਆਵੇ ਤਾਂ ਪਹਿਲਾਂ ਪਾਣੀ 'ਚ ਡਿੱਗੇ ਤੇ ਫੇਰ ਹੀ ਕਿਤੇ ਜਾਨ ਬਚ ਜਾਵੇ, ਤਾਂ ਫਿਰ ਚੋਰੀ ਚਾਰੀ ਹੋ ਸਕਦੀ ਆ। ਹੁਣ ਇਹਨਾਂ ਨੂੰ ਵੀ ਚਾਹੀਦਾ, ਹਰਿਆਣੇ ਵਾਲਿਆਂ ਨੂੰ, ਵੀ ਲੋਕਾਂ ਲਈ ਤਾਂ ਸੜਕਾਂ ਪੁੱਟਣ ਡੇ ਨੇ, ਆਪਦੇ ਬਚਾਅ ਲਈ ਵੀ ਹੁਣ ਆਸੇ-ਪਾਸੇ ਸੜਕ ਪੁੱਟ ਲੈਣ ਤੇ ਫਿਰ ਪਤਾ ਲੱਗ ਜਾਵੇ। ਤੇ ਜੀ ਸੋ ਖੈਰ ਸਾਹਿਬ, ਇੱਕ ਹੋਰ ਗੱਲ ਕਰੀਏ ਕਿ ਜਿਹੜੀ ਕੇਂਦਰ ਸਰਕਾਰ ਹੈ ਨਾ, ਉਹ ਲਗਾਤਾਰ ਇੱਕੋ ਕੋਸ਼ਿਸ਼ ਕਰੀ ਜਾ ਰਹੀ ਹੈ ਕਿ ਹਾਲੇ ਵੀ ਕਿਸਾਨਾਂ ਨੂੰ ਅਸੀਂ ਖੁਸ਼ ਕਰ ਸਕੀਏ ਕਿ ਹਾਂ ਵੀ ਅਸੀਂ ਸਕੀਮਾਂ ਕੱਢ ਰਹੇ ਹਾਂ, MSP ਦੇਵਾਂਗੇ, ਜੇ ਦੇਵਾਂਗੇ, ਉਹ ਦੇਵਾਂਗੇ, ਤੁਹਾਡੀ ਜ਼ਮੀਨ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਸੋ ਇੱਦਾਂ ਹੀ ਕਰਦੇ ਇਹਨਾਂ ਨੇ ਪਿੱਛੇ ਜੀ ਕੀ ਕੀਤਾ ਕਿ ਇੱਕ ਐਡਵਰਟੀਜ਼ਮੈਂਟ ਜਾਰੀ ਕਰਤੀ ਆਨਲਾਈਨ ਸੋਸ਼ਲ ਮੀਡੀਆ ਦੇ ਉੱਪਰ ਹੈਂਡਲ ਕਰਨ ਦੇ ਲਈ। ਉਹਦੇ ਵਿੱਚ ਇੱਕ ਕਿਸਾਨ ਦੀ ਫੋਟੋ ਲਾ ਦਿੱਤੀ। ਉਹਨਾਂ ਨੂੰ ਲੱਗਾ ਕਿ ਉਹ ਬੰਦਾ ਕਿਸਾਨ ਆ, ਕਿਸਾਨ ਖੁਸ਼ ਸੀਗਾ, ਸਮਾਈਲ ਕਰ ਰਿਹਾ ਸੀਗਾ, ਮੋਢੇ ਨੇ ਕਈ ਟੰਗੀ ਹੋਈ ਸੀਗੀ, ਤੇ ਬੜੀ ਵੱਡੀ ਉਹਨਾਂ ਨੇ ਸਟੋਰੀ ਜੇ ਬਣਾਤੀ ਕਿ ਹਾਂ ਬਈ ਜਿਹੜਾ ਮੁੱਲ ਮਿਲ ਰਿਹਾ MSP ਤੋਂ ਵੱਧ ਮਿਲ ਰਿਹਾ ਐਂਡ ਮੈਂ ਬੜਾ ਖੁਸ਼ ਹਾਂ, ਸਾਲਾਨਾ ਮੇਰੀ ਇੰਨੀ ਕੀਮਤ, ਮੇਰੀ ਤਨਖਾਹ ਆ ਰਹੀ ਹੈ, ਮੈਂ ਇੰਨੇ ਪੈਸੇ ਵੱਟ ਰਿਹਾ ਵਾ, ਯੇ ਵੋ। ਉਹਨਾਂ ਭਲੇ ਪੁਰਖਾਂ ਨੂੰ ਐ ਨਹੀਂ ਪਤਾ ਸੀਗਾ, ਮੈਂ ਪੁਰਖਾਂ ਕਵਾਂ ਕਿ ਮੁਰਖਾਂ ਕਵਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਹਾਂ ਵੀ, ਕਿਉਂਕਿ ਕੰਮ ਤਾਂ ਇਹਨਾਂ ਨੇ ਮੂਰਖਾਂ ਵਾਲਾ ਕੀਤਾ। ਉਹਨਾਂ ਨੇ ਜਿਹੜੀ ਫੋਟੋ ਚੱਕ ਕੇ ਲਾ ਦਿੱਤੀ, ਉਹ ਬੇਸਿਕਲੀ ਇੱਕ ਐਕਟਰ ਵੀ ਨੇ, ਠੀਕ ਹੈ, ਇੱਕ ਫੋਟੋਗ੍ਰਾਫਰ ਵੀ ਨੇ, ਠੀਕ ਹੈ, ਹੋਰ ਵੀ ਕਾਫੀ ਕੁਝ ਕਰਦੇ ਨੇ। ਸੋ ਨੋ ਡਾਊਟ ਬੇਸਿਕਲੀ ਇੱਕ ਕਿਸਾਨ ਦੇ ਪੁੱਤ ਨੇ, ਉਹਨਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ, ਜੋ ਕਿ ਹੁਸ਼ਿਆਰਪੁਰ ਦੇ ਨੇ, ਐਂਡ ਉਹਨਾਂ ਦਾ ਜਿਹੜਾ ਇੰਸਟਾਗ੍ਰਾਮ ਜਾਂ ਟਵਿੱਟਰ ਜਾਂ ਕੋਈ ਹੋਰ ਵੀ ਅਕਾਊਂਟ ਹੈ ਉਹ ਹਾਰਪ ਫਾਰਮਰ ਦੇ ਨਾਮ ਦੇ ਉੱਪਰ ਆ, ਠੀਕ ਹੈ। ਸੋ ਉਹਨਾਂ ਨੇ ਇੱਕ ਫੋਟੋ ਸ਼ੂਟ ਕਰਵਾਇਆ ਹੋਣਾ ਅੱਜ ਤੋਂ 4-5 ਸਾਲ ਪਹਿਲਾਂ, ਉਹਨਾਂ ਦੀ ਫੋਟੋ ਚੁੱਕ ਕੇ ਉਹਨਾਂ ਨੇ ਆਪਣੀ ਮਸ਼ਹੂਰੀ ਵਿੱਚ ਲਾ ਦਿੱਤੀ, ਜੋ ਕਿ ਪਿਛਲੇ 15 ਦਿਨਾਂ ਤੋਂ ਸਿੰਘੂ ਬਾਰਡਰ ਉੱਤੇ ਬੈਠਾ ਹੋਇਆ। ਸੋ ਪਤਾ ਹੀ ਕਿਹਾ ਕਿ ਮੈਂ ਇਹਨਾਂ ਨੂੰ ਪੂਰਖ ਕਵਾਂ ਜਾਂ ਮੂਰਖ ਕਵਾਂ, ਕਿਉਂਕਿ ਕੰਮ ਅਤਈ ਜਿਹੜਾ ਹੈ ਮੂਰਖਾਂ ਵਾਲਾ ਕੀਤਾ ਕਿ
ਜਿਹੜਾ ਬੰਦਾ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਿਹਾ, ਜਿਹੜਾ ਉਹਨਾਂ ਦੇ ਨਾਲ ਬੈਠ ਰਿਹਾ, ਸੋ ਰਿਹਾ, ਉੱਥੇ ਹੰਢਾ ਰਿਹਾ ਸਾਰੀ ਚੀਜ਼ਾਂ, ਤੁਸੀਂ ਉਹਦੀ ਫੋਟੋ ਲਗਾ ਕੇ ਜੀ ਆਪਣੀ ਪਬਲਿਸਿਟੀ ਕਰ ਰਹੇ ਹੋ ਕਿ ਦੇਖੋ ਜੀ ਪੰਜਾਬ ਕੇ ਕਿਸਾਨ ਤੋਂ ਬਾਲੇ ਖੁਸ਼ ਹੈ ਨਾ, ਇਨਕੋ ਤਾਂ ਕੋਈ ਸਮੱਸਿਆ ਨਹੀਂ ਹੈ। ਯਾਨੀ ਕਿ ਉਹਨਾਂ ਦਾ ਇੰਨਾ ਕੁ IT ਸੈੱਲ ਦਾ ਇੰਨਾ ਕੁ ਦਿਮਾਗ ਆ, ਜਿੰਨਾ ਕੁ ਦਿਮਾਗ ਦੇ ਨਾਲ ਇਹਨਾਂ ਨੇ ਕਾਨੂੰਨ ਸਾਡੇ ਦੇਸ਼ ਵਿੱਚ ਪਾਸ ਕਰ ਦਿੱਤਾ। ਬਾਹਲੇ ਖੁਸ਼ ਤੋਂ ਚਲੋ ਪੰਜਾਬ ਕੇ ਕਿਸਾਨ ਰਹਿੰਦੇ ਹੀ ਆ ਮੋਹਿਤ ਜੀ। ਬਾਕੀ ਗੱਲ ਇਹ ਜਿਹੜੀ ਗੱਲ ਹੈ ਉਹ ਕਹਿੰਦੇ ਹੁੰਦੇ ਨਾ ਕਿ ਭੱਜਦਿਆਂ ਨੂੰ ਨਾ ਫਿਰ ਮੁਸ਼ਕਲਾਂ ਕਈ ਸਾਹਮਣਾ ਕਰਨੀਆਂ ਪੈਂਦੀਆਂ ਨੇ। ਹੁਣ BJP ਭੱਜਣ ਦੀ ਕੋਸ਼ਿਸ਼ ਕਰਨ ਡਈ ਆ ਹੈ ਨਾ, ਉਹ ਫਿਰ ਕਿਤੇ ਨਾ ਕਿਤੇ ਉਹ ਕਹਿੰਦੇ ਹੁੰਦੇ ਨਾ ਕਿ ਤੁਸੀਂ ਜਦੋਂ ਭੱਜਦੇ ਹੁੰਦੇ ਆ, ਹਕਲਾਏ ਹੁੰਦੇ ਆ, ਬਕਲਾਏ ਹੁੰਦੇ ਆ ਨਾ, ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਗਲਤ ਕਰ ਲਿਆ। ਹੁਣ ਇਹ ਫੋਟੋ ਤਾਂ ਉਹਨਾਂ ਨੇ ਲਾਤੀ, ਹੁਣ ਜਦੋਂ ਫੋਟੋ ਦਾ ਜਿਹੜਾ ਅਸਲ ਖੁੱਲ ਗਿਆ ਤੇ ਉਹ ਖੁੱਸਦੇ ਹੋਣੇ ਵੀ ਭਾਈ ਰੱਬ ਕੀ ਸਾਡੇ ਨਾਲ ਕਰਨ ਡਿਆ ਆ, ਅਸੀਂ ਤਾਂ ਬੜੇ ਜਿਹੜੇ ਆ ਅਸੀਂ ਗਊ ਪੂਜਾ ਕਰਾਉਨੇ ਆ, ਅਸੀਂ ਗਊ ਮੂਤਰ ਤੱਕ ਜਿਹੜਾ ਹੈ ਪ੍ਰਮੋਟ ਕਰਨ ਡੇ ਆ, ਰੱਬ ਫੇਰ ਨਹੀਂ ਮੰਨਣ ਡਿਆ। ਉਹ ਜਦੋਂ ਹੁਣ ਗਲਤੀ ਤੇ ਗਲਤੀ ਹੋਣ ਦੀ, ਫਿਰ ਮੈਨੂੰ ਲੱਗਦਾ ਕਿ ਇਹੀ ਭੁੱਲ ਨੂੰ ਬਖਸ਼ਾਉਣ ਲਈ ਸਾਡੇ ਜਿਹੜੇ ਮੋਦੀ ਸਾਹਿਬ ਆ ਉਹ ਕਹਿੰਦੇ ਵੀ ਆਪਾਂ ਇਦਾਂ ਕਰਦੇ ਆ, ਇਹ ਜਿਹੜੇ ਕਿਸਾਨਾਂ ਦਾ ਰੱਬ ਹੈ ਇਹਨੂੰ ਮਨਾ ਲੈਂਦੇ ਆ। ਇਸ ਲਈ ਸ਼ਾਇਦ ਸਾਡੇ ਉਹ ਰਕਾਬਗੰਜ ਪਹੁੰਚੇ ਤੇ ਉੱਥੇ ਉਹਨਾਂ ਨੇ ਮੱਥਾ ਟੇਕਿਆ, ਉਹ ਕਹਿੰਦੇ ਹੋਣੇ ਵੀ ਭਾਈ ਹੋਰ ਨਾ ਗਲਤੀ ਹੋ ਜਾਵੇ ਕੋਈ ਸਾਡੇ ਤੋਂ। ਤੇ ਉਹ ਦੇਖੋ ਤੁਸੀਂ ਕਿੰਨੀ ਹਾਸੋਹੀਣੀ ਗੱਲ ਆ, ਇੱਕ ਤਾਂ ਤੁਸੀਂ ਫੋਟੋ ਜਿਹੜੀ ਆ ਬਿਨਾਂ ਪੁੱਛੇ ਯੂਜ਼ ਕੀਤੀ ਆ, ਦੂਸਰੀ ਵਾਰੇ ਤੁਸੀਂ ਕਹਿੰਦੇ ਆ ਜੀ ਸਾਡਾ ਤਾਂ ਇਹ ਕੰਟਰੈਕਟ ਹੋਇਆ ਇਹਦਾ, ਇੱਦਾਂ ਦੀਆਂ ਫਾਹਾੜਾ ਦਿੰਦੇ ਹੋ ਪ੍ਰੋਪੇਗੈਂਡਾ ਕਰਨ ਦੇ ਲਈ। ਉਹ ਫਿਰ ਜਦੋਂ ਜਿਹਦੀਆਂ ਤੁਸੀਂ ਫੋਟੋ ਲਾਈ ਆ ਭਾਈ ਉਹੀ ਤੁਹਾਡਾ ਵਿਦਰੋਹ ਕਰਨ ਡਿਆ, ਤੁਸੀਂ ਤਾਂ ਡੁੱਬ ਕੇ ਮਰ ਜਾਓ। ਉਹ ਗੱਲ ਉਹ ਆ ਨਾ ਕਿ ਜੇ ਆਪਾਂ ਕਹਿੰਦੇ ਸੀ ਖੱਟੜ ਸਾਹਿਬ ਗੱਲ ਤਾਂ ਜਿਹੜੀ ਆ ਉਹ ਸ਼ਰਮ ਵਾਲੀ ਆ ਜੇ ਤੁਸੀਂ ਮੰਨੋ ਤਾਂ, ਤੇ ਜੇ ਤੁਸੀਂ ਹੁਣ ਨਹੀਂ ਮੰਨੋਗੇ ਤਾਂ ਫੇਰ ਤਾਂ ਤੁਸੀਂ ਬੇਸ਼ਰਮ ਹੋਏ। ਹੁਣ ਗੱਲ ਇਹੀ ਆ ਵੀ ਗੱਲ ਇਹ ਵੀ ਸ਼ਰਮ ਵਾਲੀ ਆ, ਜੇ ਇਹ ਮੰਨਣ ਤਾਂ, ਜੇ ਨਹੀਂ ਮੰਨਣ ਤਾਂ ਫੇਰ ਬੇਸ਼ਰਮ ਹੋਏ। ਤੁਸੀਂ ਗੱਲ ਕਰ ਰਹੇ ਕਿ ਜਿਹੜੇ ਕਿਸਾਨ ਸੀਗੇ, ਜਿਹੜੇ ਹਨਾ ਜਿਹੜੇ ਆਪਣੇ ਮਾਡਲ ਵੀ ਨੇ ਹਨਾ, ਹਰਪ੍ਰੀਤ ਸਿੰਘ, ਉਹਨਾਂ ਨੇ ਹੁਣ ਸਾਫ਼ ਤੌਰ ਤੇ ਇੱਕ ਵੀਡੀਓ ਜਾਰੀ ਕੀਤੀ ਹੈ, ਮੀਡੀਆ ਨੂੰ ਕਿਹਾ ਕਿ ਬਈ ਹੁਣ BJP ਪੰਜਾਬ ਜਿਨ੍ਹਾਂ ਨੇ ਉਹ ਫੋਟੋ ਉਹਨਾਂ ਦੀ ਯੂਜ਼ ਕੀਤੀ ਹੈ ਉਹ ਆਪਣੇ ਸੋਸ਼ਲ ਮੀਡੀਆ ਤੇ ਮਾਫੀ ਮੰਗਣ, ਨਹੀਂ ਤਾਂ ਮੈਂ ਉਹਨਾਂ ਤੇ ਕੇਸ ਪਾ ਦਾਂਗਾ। ਕਿਉਂਕਿ ਮੇਰੀ ਜਿਹੜੀ ਫੋਟੋ ਹੈ ਬਿਨਾਂ ਮੇਰੀ ਪਰਮਿਸ਼ਨ ਤੋਂ ਯੂਜ਼ ਕੀਤੀ ਆ। ਦੂਜੀ ਫਿਰ ਗੱਲ ਕੀਤੀ ਕਿ ਹਾਂ ਵੀ ਮੋਦੀ ਸਾਹਿਬ ਉਹਨਾਂ ਦੀ ਜਿਹੜੇ ਰਕਾਬਗੰਜ ਗੁਰਦੁਆਰਾ ਸਾਹਿਬ ਉਹ ਨਤਮਸਤਕ ਹੋਏ ਐਂਡ ਸੋ ਕੋਲਡ, ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਸੀਗਾ, ਅਚਾਨਕ ਚੱਲ ਗਏ, ਉਹਨਾਂ 'ਚ ਆਸਥਾ ਜਾਗੀ, ਉੱਥੇ ਆ ਕੇ ਮੱਥਾ ਟੇਕਿਆ। ਮੈਂ ਬਹੁਤੀ ਵੱਧ ਚੜ੍ਹ ਕੇ ਇਸ ਗੱਲ ਤੇ ਟਿੱਪਣੀ ਨਹੀਂ ਕਰਨਾ ਚਾਹਾਂਗਾ, ਉਹ ਵੀਡੀਓ ਮੈਂ ਆਪਣੇ ਦੋਸਤਾਂ ਨੂੰ, ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਬੇਸ਼ੱਕ ਤੂੰ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਧਰਮੀ ਆ, ਸੰਗਤ ਕਰਦਾ, ਬਾਣੀ ਪੜ੍ਹਦਾ, ਸੇਵਾ ਕਰਦਾ, ਪਰ ਕਹਿੰਦੇ ਜੇ ਤੇਰੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ, ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਾ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਕਹਾਂ ਜਹ ਭਾਜਰੇ। ਧਾਰਮਿਕ ਗ੍ਰੰਥਾਂ ਦੀ ਸਿੱਖਿਆ ਸਰਵਣ ਵੀ ਕੀਤੀ, ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਵੀ, ਪਰ ਜਿਹੜਾ ਧਾਰਮਿਕ ਗ੍ਰੰਥਾਂ ਦੇ ਰਾਹੀਂ ਉਪਦੇਸ਼ ਸੀ ਮਾਨਵਤਾ ਦੇ ਭਲੇ ਵਾਲਾ, ਪਰਮਾਤਮਾ ਦੀ ਬੰਦਗੀ ਵਾਲਾ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਕਹਿੰਦੇ ਜੇ ਤੂੰ ਇਬਾਦਤ ਨਹੀਂ ਕੀਤੀ, ਮਾਨਵਤਾ ਦੇ ਭਲੇ ਦੀ ਵਿਚਾਰਧਾਰਾ ਤੇਰੇ ਜੀਵਨ ਵਿੱਚ ਨਹੀਂ ਆਈ, ਇੱਕ ਗੱਲ ਦਾ ਖਿਆਲ ਰੱਖੀ, ਜਦੋਂ ਕਾਲ ਨੇ ਆਉਣਾ ਹੈ, ਧਰਮਰਾਜ ਦੇ ਜਮਦੂਤ ਆਉਣਗੇ, ਜਦੋਂ ਕਾਲ ਤੇਰੇ ਸਿਰ ਤੇ ਆ ਕੇ ਉਹਨੇ ਗਲੇ ਵਿੱਚ ਫਾਈ ਪਾ ਲਈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹਾਂ ਜੈ ਭਾਜਰੇ, ਕਿੱਥੇ ਭਾਜੇਗਾ? ਕਾਲ ਤੋਂ ਕੋ ਬਚਿਆ? ਕਾਲ ਤੋਂ ਕੋਈ ਭੱਜ ਸਕਿਆ? ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ, ਅਸਥਿਰ ਜੋ ਮਾਨੇ ਹੁੰਦੇ, ਜਿਹਨੂੰ ਜੋ ਸਮਝਦਾ ਹੈ ਮੇਰਾ ਸਰੀਰ ਹੈ, ਮੈਂ ਬਲਦੇਵ ਇੱਕ ਲਾਈਵ ਫੋਟੋ ਕਿ ਜਦੋਂ ਮੋਦੀ ਸਾਹਿਬ ਉੱਥੇ ਮੱਥਾ ਟੇਕ ਕੇ ਬਾਹਰ ਆਏ ਨਾ, ਤੇ ਜਿਹੜੇ ਉੱਥੇ ਪਾਠੀ ਸੀਗੇ, ਜਿਹੜੇ ਪਾਠ ਕਰ ਰਹੇ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਗੱਲਾਂ ਜਿਹੜੀਆਂ ਕਰ ਰਹੇ ਸਨ, ਆਪਣੀ ਬਾਣੀ ਦੇ ਵਿੱਚ ਜਿਹੜਾ ਵਿਚਾਰ ਕਰ ਰਹੇ ਸੀਗੇ, ਉਹ ਗੱਲਾਂ ਜਿਹੜੀਆਂ ਨੇ ਮੈਂ ਕਹਿੰਦਾ ਸੱਚ ਹੈ ਕਿ ਹਾਂ ਵੀ ਕਿਵੇਂ ਜਿਹੜਾ ਇਨਸਾਨ ਹੈ, ਜਿਹੜਾ ਹੰਕਾਰੀ ਇਨਸਾਨ ਹੈ, ਉਸ ਨੂੰ ਅਖੀਰ ਵਿੱਚ ਜਾਣਾ ਪਏਗਾ ਉਸ ਰੱਬ ਦੇ ਕੋਲ। ਐਂਡ ਜਦੋਂ ਜਿਹੜਾ ਧਰਮਰਾਜ ਹੈ ਜਦੋਂ ਆਵੇਗਾ, ਉਹ ਸੰਗੀ ਨਹੁੰ ਦੇ ਕੇ ਵੀ ਤੁਹਾਨੂੰ ਲੈ ਜਾਏਗਾ, ਹੈ ਨਾ। ਸੋ ਗੱਲਾਂ ਮੈਂ ਕਹਿੰਦਾ, ਮੈਂ ਕੁਝ ਬਹੁਤਾ ਬਿਆਨਬਾਜ਼ੀ ਨਹੀਂ ਕਰ ਰਿਹਾ, ਪਰ ਕਿੰਨੇ ਸਹੀ ਸਮੇਂ ਤੇ ਟੁਕੀਆਂ ਜਾ ਕੇ ਮੈਂ ਉਹੀ ਗੱਲ ਕਰ ਰਿਹਾ, ਸਕਰੀਨ ਤੇ ਕਿਸੇ ਨੂੰ ਦਿਖਾਇਆ ਜਾ ਰਿਹਾ ਸੀਗਾ ਸੋ ਕੋਲਡ
ਚਲੋ ਪ੍ਰਧਾਨ ਮੰਤਰੀ ਨੇ, ਠੀਕ ਹੈ, ਐਂਡ ਸੇਮ ਟਾਈਮ ਤੇ ਸਾਡੇ ਜਿਹੜੇ ਪਾਰਟੀ ਸਾਹਿਬ ਨੇ ਸੱਚੀਆਂ ਗੱਲਾਂ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੰਨੀਆਂ ਸੱਚੀਆਂ ਐਂਡ ਮੈਂ ਕਹਿੰਦਾ ਵੱਡੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿ ਉਹ ਇੱਕ ਦੁਨੀਆ ਦਾ, ਇੱਕ ਜ਼ਿੰਦਗੀ ਦਾ ਇੱਕ ਸਾਰ ਲਿਖਿਆ ਹੋਇਆ ਹੈ, ਫਲਸਫਾ ਹੈ। ਸੋ ਉਹ ਗੱਲਾਂ ਜਦੋਂ ਬਿਆਨ ਹੋ ਰਹੀਆਂ ਸਨ ਉਦੋਂ ਮੋਦੀ ਸਾਹਿਬ ਦੇ ਸ਼ੋਅ ਚੱਲ ਰਹੇ ਸੀਗੇ, ਸੋ ਉਹਨਾਂ ਨੂੰ ਪੰਜਾਬੀ ਇੰਨੀ ਕਿ ਚਲੋ ਸਮਝ ਨਹੀਂ ਆਈ ਹੋਵੇਗੀ, ਪਰ ਹਾਂ ਪੂਰੇ ਪੰਜਾਬੀ ਜਗਤ ਨੇ, ਭਾਈਚਾਰੇ ਨੇ ਜਦੋਂ ਵੀਡੀਓ ਦੇਖੀ ਉਹਨਾਂ ਦੀ ਮਨ ਰੂਹ ਖੁਸ਼ ਹੋ ਗਈ ਕਿ ਹਾਂ ਵੀ ਪਾਰਟੀ ਸਾਹਿਬ ਨੇ ਵੀ ਬੱਲੇ ਬੱਲੇ ਕਰਾਤੀ ਉੱਥੇ। ਫਿਰ ਨਹੀਂ ਦੇਖੋ, ਇਹ ਕਿਤੇ ਨਾ ਕੁਦਰਤ ਜਿਹੜੀ ਉਹ ਬਿਆਨਤ ਆ ਮਹਾਰਾਜ। ਕੁਦਰਤ ਜਦੋਂ ਆਪਣੀ ਹੋਣੀ ਤੇ ਆ ਜਾਂਦੀ ਹੈ ਨਾ ਤਾਂ ਫਿਰ ਉਹ ਕਹਿੰਦੇ ਕਿ ਸਾਰੀਆਂ ਚੀਜ਼ਾਂ ਉਹ 2 ਮਿੰਟ 'ਚ ਸੈੱਟ ਕਰਕੇ ਵੀ ਰੱਖ ਲੈਂਦੀ ਹੈ। ਜਿਹੜੀ ਚੀਜ਼ ਨੂੰ ਤੁਸੀਂ ਉਮਰ ਲਾ ਦਿੰਦੇ ਹੋ ਸੈੱਟ ਨਹੀਂ ਹੁੰਦੀ ਨਾ, ਤੇ ਕੁਦਰਤ ਜਦੋਂ ਆਪਣੀ ਆਈ ਤੇ ਆਉਂਦੀ ਹੈ ਤਾਂ ਉਹ ਇੱਕ ਤਰੀਕੇ ਦੇ ਨਾਲ ਇੱਕ ਚੀਜ਼ ਨੂੰ ਕੁਝ ਵੀ ਸੈਕਿੰਡਾਂ ਦੇ ਵਿੱਚ ਸੈੱਟ ਕਰ ਲੈਂਦੀ ਹੈ। ਸੋ ਤੁਸੀਂ ਜੇ ਹਰਪ੍ਰੀਤ ਫਾਰਮਰ ਦੀ ਗੱਲ ਕਰ ਲਈਏ ਤੇ ਇਹ ਐਵੇਂ ਨਹੀਂ ਜਿਹੜੀ ਕੰਟਰੋਵਰਸੀ ਬਣ ਗਈ, ਦੂਸਰੇ ਬੰਨੇ ਐਵੇਂ ਨਹੀਂ ਪੰਜਾਬ ਜਾਗ ਗਿਆ। ਜੇ ਇੱਥੋਂ ਹੀ ਮੈਂ ਸ਼ੁਰੂ ਕਰ ਲਵਾਂ ਕਿ ਉਹ ਪੰਜਾਬ ਜਿਹੜਾ ਕਦੀ ਸਾਰੀਆਂ ਲਹਿਰਾਂ ਦਾ ਮੋਹਰੀ ਹੁੰਦਾ ਸੀਗਾ, ਜਿਹਨੂੰ ਆਪਾਂ ਕਹਿੰਦੇ ਆ ਫੋਰ ਫਰੰਟ ਤੇ ਰਹਿੰਦਾ ਸੀ ਪੰਜਾਬ, ਉਹ ਕੁਝ ਦਹਾਕਿਆਂ ਤੋਂ 10 ਸਾਲਾਂ ਤੋਂ ਸਾਡੇ ਆਪਦੇ ਲੋਕਾਂ ਦੀਆਂ ਗਲਤੀਆਂ ਕਰਕੇ ਉਹ ਲੋਕ ਜਿਹੜੇ ਨੇ ਕਾਰਪੋਰੇਟਾਂ ਦੇ ਨਾਲ ਮਿਲ ਕੇ ਆਪਦਿਆਂ ਦੀ ਪਿੱਠਾਂ ਦੇ ਉੱਤੇ ਛੁਰੇ ਜਿਹੜੇ ਖੋਭ ਦਿੱਤੇ ਸੀਗੇ, ਉਹਨਾਂ ਦੀਆਂ ਗਲਤ ਨੀਤੀਆਂ ਕਰਕੇ ਸਾਡਾ ਪੰਜਾਬ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਰੁਲ ਗਿਆ ਸੀਗਾ। ਪਰ ਇਹ ਪੰਜਾਬ ਉਹਨਾਂ ਯੋਧਿਆਂ, ਉਹਨਾਂ ਸੂਰਮਿਆਂ ਦਾ ਪੰਜਾਬ ਆ ਜਿਹੜਾ ਨੇ ਆਪਣੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਾਹ ਕੀਤੇ ਬਿਨਾਂ ਜਿਹੜਾ ਸੀਗਾ ਸੂਲੀ ਤੇ ਚੜ੍ਹ ਗਏ ਨੇ, ਈਨ ਨਹੀਂ ਮੰਨੀ। ਸੋ ਕਿਤੇ ਨਾ ਕਿਤੇ ਅਸੀਂ ਉਹ ਇਤਿਹਾਸ, ਸਾਡੇ ਕਹਿੰਦੇ ਨੇ ਹੁੰਦੇ ਕਿ ਕੁਦਰਤ ਜਿਹੜੀ ਹੈ ਉਹ ਜਦੋਂ ਇਤਿਹਾਸ ਨੂੰ ਦੁਬਾਰਾ ਦੁਹਰਾਉਂਦੀ ਹੈ, ਇਹ ਕਿਤੇ ਨਾ ਕਿਤੇ ਸਾਡਾ ਇਤਿਹਾਸ ਆ ਜਿਹੜਾ ਮੁੜ ਸਿਰਜਿਆ ਜਾ ਰਿਹਾ। ਅਸੀਂ ਸੁਰਜੀਤ ਹੋਏ ਹਾਂ, ਅਸੀਂ ਉੱਠ ਖੜੇ ਹੋਏ ਹਾਂ। ਸੋ ਕੁਦਰਤ ਜਿਹੜੀ ਹੈ, ਮੈਂ ਬਾਰ-ਬਾਰ ਕੁਦਰਤ ਕਰ ਰਿਹਾ ਹਾਂ, ਉਹ ਇਹ ਬੇਅੰਤ ਹੈ। ਇਹ ਇੱਕ ਤਰੀਕੇ ਨਾਲ ਇੱਕ ਚੰਗਾ ਸਰਕਲ ਹੈ ਜੀ। ਸੋ ਵਾਕਈ ਇਸ ਸੰਘਰਸ਼ ਦੇ ਜ਼ਰੀਏ ਜਿਹੜਾ ਦੁਬਾਰਾ ਜਿਹੜਾ ਮੈਂ ਕਹਿੰਦਾ ਪੂਰਾ ਪੰਜਾਬੀ ਭਾਈਚਾਰਾ, ਈਵਨ ਜਿਹੜਾ ਭਾਰਤ ਹੈ, ਜਿਸ ਦੀਆਂ ਦੁਬਾਰਾ ਅੱਖਾਂ ਖੁੱਲ੍ਹ ਗਈਆਂ ਨੇ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅੱਖਾਂ ਖੁੱਲ੍ਹੀਆਂ ਰਹਿਣ, ਸਰਕਾਰਾਂ ਐਂਡ ਈਵਨ ਕੋਈ ਵੀ ਅਗਰ ਕੋਈ ਜਿਹੜਾ ਸਾਡੇ 'ਤੇ ਰਾਜ ਕਰਨ ਵਾਲਾ ਅਜਿਹੇ ਕੋਈ ਹੁਕਮ ਚਲਾਉਂਦਾ ਹੈ, ਸੋ ਉਸ ਨੂੰ ਚੰਗੀ ਤਰ੍ਹਾਂ ਅਸੀਂ ਆਪਣਾ ਜਿਹੜਾ ਜਵਾਬ ਇਹ ਦੇ ਸਕੀਏ। ਸੋ ਫਿਲਹਾਲ ਇਹ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ, ਗੱਲਬਾਤ ਕਰਾਂਗੇ ਹੋਰ ਮੁੱਦਿਆਂ ਦੀ। ਦੇਖਦੇ ਰਹੋ ਪ੍ਰੋਗਰਾਮ ਅਖਬਾਰਨਾਮਾ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੇਜ਼ਰ ਮੈਡੀਕਲ ਹੈਅਰ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿਨ ਕੇਅਰ, ਸਕਿਨ ਟਾਈਟਨਿੰਗ, ਫੇਸ਼ੀਅਲ, ਵੋਲਿਊਮ ਲਾਸ, ਲੇਜ਼ਰ ਵੇਨ ਰਿਮੂਵਲ, ਡਾਰਕ ਸਪੌਟ ਰਿਮੂਵਲ। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ Dr. Takkar's Medical Spa, 8191 Timberlake Way, Suite 350, Sacramento, California, 95823. Phone 916-688-9994. Phone 916-688 9994। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅਖਬਾਰਨਾਮਾ ਤੇ ਅਸੀਂ ਪਹਿਲੇ ਸੈਗਮੈਂਟ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸੀ ਕਿਸਾਨੀ ਅੰਦੋਲਨ ਦੇ ਬਾਰੇ, ਦੂਜੇ ਪਾਸੇ ਵਰਲਡ ਦੀਆਂ ਅਪਡੇਟਸ ਜਾਂ ਥੋੜੇ ਦੇਸ਼ ਭਰ ਦੀਆਂ, ਭਾਰਤ ਦੀਆਂ ਜਿਹੜੀ ਗੱਲਾਂ ਬਾਤਾਂ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਇਸ ਪੂਰੇ ਅੰਦੋਲਨ ਦੇ ਵਿੱਚ ਛਾਈ ਹੋਈ ਹੈ। ਕਿਤੇ ਨਾ ਕਿਤੇ ਉਹ ਵੀ ਇਸ ਜਿਹੜਾ ਪੂਰਾ ਜਿਹੜਾ ਮੁਹਿੰਮ ਇਸ ਨੂੰ ਯੂਜ਼ ਕਰ ਰਹੀ ਹੈ ਆਪਣੀ ਪਬਲਿਸਿਟੀ ਦੇ ਲਈ, ਕਿਉਂਕਿ ਉਹ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੇਕਰ ਉਹ ਕੁਝ ਕਰਦੀ ਵੀ ਹੈ ਤਾਂ ਵੀ ਚੰਗੀ ਗੱਲ ਹੈ। ਕਿਉਂਕਿ ਉਹਨਾਂ ਨੇ ਹੁਣ ਤੱਕ ਦਿੱਲੀ ਦੇ ਵਿੱਚ ਬਹੁਤ ਕੁਝ ਕੀਤਾ। ਇਹੀ ਕਾਰਨ ਹੈ ਕਿ ਹੁਣ ਅੰਦੋਲਨ ਦੇ ਸਮੇਂ ਹੀ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਵੀ यूपी ਵਿੱਚ ਵੀ ਇਲੈਕਸ਼ਨ ਲੜਨਗੇ, ਇਸ ਤੋਂ ਇਲਾਵਾ ਉੱਤਰਾਖੰਡ ਵਿੱਚ ਵੀ ਲੜਨਗੇ, ਉਸ ਤੋਂ ਬਾਅਦ ਆਪਣੇ ਹਿਮਾਚਲ ਵਿੱਚ ਵੀ ਲੜਨਗੇ। ਸੋ ਇੱਥੋਂ ਦੇ ਜਿਹੜੇ ਡਿਪਟੀ ਸੀਐਮ ਨੇ ਮਨੀਸ਼ ਸਿਸੋਦੀਆ, ਠੀਕ ਹੈ, ਉਹਨਾਂ ਨੇ ਖੁੱਲ੍ਹਾ ਚੈਲੰਜ ਕੀਤਾ यूपी ਨੂੰ ਕਿ ਹਾਂ ਬਈ ਤੁਹਾਡੇ ਜਿਹੜੇ ਸਰਕਾਰੀ ਸਕੂਲ ਨੇ ਤੁਸੀਂ ਜੀ ਮੈਨੂੰ ਦਿਖਾਓ ਤੁਸੀਂ ਕੀ ਕੰਮ ਕੀਤਾ ਇੰਨੇ ਸਾਲਾਂ ਦੇ ਵਿੱਚ, ਠੀਕ ਹੈ। ਸੋ ਮੈਂ ਤੁਹਾਨੂੰ ਆਪਣੇ ਦਿੱਲੀ ਦੇ ਕੰਮ ਦਿਖਾਵਾਂਗਾ ਜੀ। ਉਹਨਾਂ ਨੇ ਜੀ ਫੁਕਰੀ 'ਚ ਪਹਿਲਾਂ ਜੀ ਹਾਮੀ ਭਰਤੀ ਕਿ ਆ ਜਾਓ ਤੁਸੀਂ यूपी ਆ ਜਾਓ, ਲਖਨਊ ਆ ਜਾਓ, ਇੱਥੋਂ ਦੇ ਸਰਕਾਰੀ ਸਕੂਲ ਦੀ ਝਾਤੀ ਮਾਰ ਲਓ, ਫਿਰ ਇਹਨਾਂ ਨੂੰ ਤੁਸੀਂ ਕੰਪੇਅਰ ਕਰ ਲਓ। ਆਪਣੇ ਜਦੋਂ ਮਨੀਸ਼ ਸਿਸੋਦੀਆ ਜਦੋਂ ਉੱਥੇ यूपी ਗਏ ਨੇ, ਲਖਨਊ ਗਏ ਨੇ ਪੂਰੀ ਟੀਮ ਦੇ ਨਾਲ, ਉੱਥੇ ਜਾ ਕੇ ਉਹਨਾਂ ਨੇ ਫੋਨ ਨਹੀਂ ਚੱਕਿਆ, ਠੀਕ ਹੈ, ਫੋਨ ਨਹੀਂ ਚੱਕਿਆ। ਫਿਰ ਉੱਥੇ ਜਾ ਕੇ ਜੀ ਉਹਨਾਂ ਨੇ ਫੋਨ ਕੀਤਾ, ਕੋਈ ਫੋਨ ਨਹੀਂ ਚੱਕਿਆ। ਫਿਰ ਉੱਥੇ ਜੀ ਉਹਨਾਂ ਨੂੰ ਫੋਨ ਆ ਗਿਆ, ਫਿਰ ਉੱਥੋਂ ਦੇ ਜਿਹੜੇ ਕਮਿਸ਼ਨਰ ਨੇ ਫਿਰ ਉਹਨਾਂ ਨੇ ਗੱਲਬਾਤ ਕੀਤੀ, ਉਹ ਵੀਡੀਓ ਵੀ ਵਾਇਰਲ ਹੋਈ ਹੈ। ਉਹਨਾਂ ਨੇ ਕਿਹਾ ਕਿ ਹਾਂ ਵੀ ਤੁਹਾਨੂੰ ਜੇ ਅਸੀਂ ਪਰਮਿਸ਼ਨ ਨਹੀਂ ਦਿੰਦੇ, ਉਹ ਉਹਨਾਂ ਨੇ ਕਿਹਾ ਕਿ ਬਈ ਮੈਂ ਪਰਮਿਸ਼ਨ ਲੈਣ ਨਹੀਂ ਆਇਆ, ਮੇਰੇ ਨਾਲ ਗੱਲਬਾਤ ਹੋਈ ਹੈ, ਮੈਂ ਇੱਥੇ ਕੰਮ ਕੀਤਾ ਵਾ, ਤੁਸੀਂ ਮੈਨੂੰ ਕੰਮ ਦਿਖਾਓ। ਬੇਸਿਕਲੀ ਉਹ ਪੂਰਾ ਜਿਹੜਾ ਮੈਂ ਕਹਾਂਗਾ ਜਿਹੜਾ ਡੰਕਾ ਜਿਹੜਾ ਵਜਾਇਆ ਉਹਨਾਂ ਨੇ ਉੱਥੇ ਜਾ ਕੇ ਕਿ ਹਾਂ ਬਈ, ਕਿਉਂਕਿ ਹੁਣ ਤੱਕ ਕੀ ਹੋ ਰਿਹਾ ਸੀ ਖਹਿਰਾ ਸਾਹਿਬ ਕਿ ਸਿਰਫ ਗੱਲਬਾਤ ਆ ਹੁੰਦੀ ਸੀ ਕਿ ਹਾਂ ਵੀ ਤੁਹਾਨੂੰ ਆਹ ਫ੍ਰੀ ਸਕੀਮਾਂ ਆ ਦੇ ਰਹੇ ਨੇ ਪਰ ਪੁਰਾਣੀ ਸਰਕਾਰ, ਅਸੀਂ ਜੀ 2 ਰੁਪਏ ਵੱਧ ਦੇ ਦਾਂਗੇ, ਆਹ ਕੀਤਾ। ਬੇਸਿਕਲੀ ਇੱਕ ਪਹਿਲੀ ਪਾਰਟੀ ਅਜਿਹੀ ਹੈ ਜਿਹੜੀ ਕੰਮ ਕਰਕੇ ਆਈ ਹੈ ਤੇ ਲੋਕਾਂ ਨੂੰ ਕਹਿੰਦੀ ਕਿ ਬਈ ਤੁਸੀਂ ਸਾਡਾ ਕੰਮ ਦੇਖੋ, ਸਾਨੂੰ ਵੋਟ ਪਾਓ।
ਕਿਉਂਕਿ ਹੁਣ ਤੱਕ ਕਾਂਗਰਸ ਹੋਵੇ ਤੇ ਭਾਵੇਂ ਭਾਜਪਾ ਹੋਵੇ, ਦੋਨਾਂ ਨੇ ਦੇਸ਼ ਨੂੰ ਲੁੱਟਿਆ ਹੀ ਹੈ। ਦੇਖੋ ਹੁਣ ਤੱਕ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ, ਚਾਹੇ ਉਹ ਸੈਂਟਰ ਦੇ ਵਿੱਚ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ, ਉਹ ਸਰਕਾਰਾਂ ਜਿਹੜੀਆਂ ਖਾਸ ਕਰਕੇ ਕਾਰਪੋਰੇਟ ਵਾਲਿਆਂ ਦੇ ਨਾਲ ਮਿਲੀਆਂ ਹੁੰਦੀਆਂ ਨੇ, ਜਾਂ ਫਿਰ ਇਹ ਕਹਿ ਲਓ ਕਿ ਉਹਨਾਂ ਨੇ ਆਪਣਾ ਜਿਹੜਾ ਹੈ ਬਹੁਤ ਕੁਝ ਸਵਾਰ ਲਿਆ। ਇਹ ਇੱਦਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਮੱਛੀ ਫੜਨਾ ਨਹੀਂ ਸਿਖਾਉਂਦੀਆਂ। ਇਹ ਮੱਛੀ ਫੜ ਦੇਈ ਜਾਂਦੀਆਂ ਨੇ ਕਿ ਅਸੀਂ ਤੁਹਾਨੂੰ 2 ਰੁਪਏ ਕਿਲੋ ਆਟਾ ਦੇ ਦਿੱਤਾ, 2 ਰੁਪਏ ਕਿਲੋ ਦਾਲ ਦੇ ਦਿੱਤੀ ਆ, ਤੁਸੀਂ ਬੈਠ ਕੇ ਖਾਈ ਜਾਓ। ਇਹ ਨਹੀਂ ਕਹਿੰਦੇ ਵੀ ਅਸੀਂ ਤੁਹਾਨੂੰ ਸਕਿੱਲ ਕਰਨ ਲੱਗੇ ਆ, ਤੁਸੀਂ ਆਹ ਕੰਮ ਸਿੱਖੋ ਤੇ ਜਾ ਕੇ ਆਪਣੇ, ਚਾਹੇ ਤੁਸੀਂ 5 ਸਟਾਰ ਹੋਟਲ 'ਚ ਖਾ ਲਓ, ਚਾਹੇ ਤੁਸੀਂ ਜਿੱਥੇ ਮਰਜ਼ੀ ਖਾਓ, ਅਸੀਂ ਤੁਹਾਨੂੰ ਮੱਛੀ ਫੜਨੀ ਸਿਖਾ ਦਿੱਤੀ ਹੈ। ਇਹ ਇੱਦਾਂ ਦੇ ਲੋਕ ਨੇ ਜਿਹੜੇ ਟਾਂਕਾ ਭਰਨਾ ਨਹੀਂ ਸਿਖਾਉਂਦੇ, ਤੁਹਾਨੂੰ ਟਾਂਕਾ ਬਣਾ ਕੇ ਮੱਛੀ ਵਿੱਚ ਪਾ ਕੇ ਤੁਹਾਡੇ ਮੱਛੀ ਘਰ ਆ ਜਾਂਦੀ ਆ। ਸੋ ਇਹ ਛੋਟੇ ਲਾਲਚ ਦੇ ਕੇ ਜਿਹੜੇ ਨੇ ਅੱਜ ਤੱਕ ਜਿਹੜਾ ਸੁੰਨ ਕਰਕੇ ਬੈਠੇ ਨੇ। ਬਾਕੀ ਇਹ ਪਾਲਿਸੀ ਦੁਨੀਆ ਦੀ ਉੱਤੇ ਹੈ। ਜੇ ਤੁਸੀਂ ਕਿਸੇ ਮੁਲਕ ਤੇ ਰਾਜ ਕਰਨਾ ਨਾ, ਤੇ ਉਸ ਦੀ ਜਿਹੜੀ ਜਨਤਾ ਆ ਉਹਨੂੰ ਪੜ੍ਹਨ ਤੋਂ ਹਟਾ ਦਿਓ। ਇਹ ਕਿਤੇ ਨਾ ਕਿਤੇ ਇੱਥੇ ਸਾਡੇ ਭਾਰਤ ਦੀ ਗੱਲ ਜੇ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਪਾਂ ਕਰਨੀ ਜ਼ਰੂਰੀ ਹੈ, ਕਿਉਂਕਿ ਅਸੀਂ ਪੰਜਾਬੀ ਹਾਂ। ਇੱਥੇ ਵੀ ਤੁਸੀਂ ਦੇਖੋ 8ਵੀਂ ਤੱਕ ਕਹਿੰਦੇ ਜੀ ਕਿਸੇ ਨੂੰ ਫੇਲ ਨਹੀਂ ਕਰਨਾ। ਕਿਉਂ ਨਹੀਂ ਫੇਲ ਕਰਨਾ ਬਈ? ਜਦੋਂ ਛਾਣਨੀ ਲੱਗ ਕੇ, ਪਹਿਲੀ ਛਾਣਨੀ ਲੱਗਦੀ ਹੈ ਤੁਹਾਡੀ ਕਿਸੇ ਵੀ ਕਲਾਸ ਦੇ ਵਿੱਚ, ਅਗਲਾ ਅਹਿਸਾਸ ਹੋ ਕੇ ਫਿਰ ਟੱਕਰ ਮਾਰ ਕੇ ਦੂਸਰੀ ਵਾਰ ਮਿਹਨਤ ਕਰਕੇ ਅੱਗੇ ਜਾਂਦਾ, ਹੁਸ਼ਿਆਰ ਹੋ ਕੇ ਬੱਚਾ ਜਾਂਦਾ। ਤੁਸੀਂ 8ਵੀਂ ਤੱਕ ਫੇਲ ਨਹੀਂ ਕਰਨਾ, 8ਵੀਂ ਤੱਕ ਤਾਂ ਫਿਰ ਜਿਹੜਾ ਮਰਜ਼ੀ ਅੱਗੇ ਚਲਾ ਜਾਊ। ਇਹ ਇੱਕ ਤਰੀਕੇ ਨਾਲ ਕੌਮ ਬਰਬਾਦ ਕਰਨ ਵਾਲੀ ਗੱਲ ਹੁੰਦੀ ਹੈ ਕਿ 8ਵੀਂ ਤੱਕ ਤਾਂ ਬੱਚੇ ਨੇ ਕੁਝ ਸਿੱਖਿਆ ਹੀ ਨਹੀਂ ਆ। ਤੇ ਜਦੋਂ ਤੁਹਾਡੀ ਨੀਂਹ ਬਣਦੀ ਹੈ, ਤਾਂ ਨੀਂਹ ਸਾਨੂੰ ਸਭ ਨੂੰ ਪਤਾ ਕਿ ਛੋਟੀਆਂ ਕਲਾਸਾਂ ਦੇ ਵਿੱਚ ਨੀਂਹ ਬਣਦੀ ਹੈ। ਯੂਪੀ ਵਿੱਚ ਵੀ ਇਦਾਂ ਹੀ ਹੈ। ਤੁਸੀਂ ਦੇਖੋ ਯੂਪੀ ਜਿਹੜਾ ਆ ਉਹ ਸਰਕਾਰਾਂ ਦਾ ਗੜ੍ਹ ਰਿਹਾ। ਸਭ ਤੋਂ ਜ਼ਿਆਦੀਆਂ ਸੀਟਾਂ ਯੂਪੀ ਦੇ ਵਿੱਚ ਆ। ਇਸ ਕਰਕੇ ਯੂਪੀ ਦੇ ਵਿੱਚ ਦੇਖੋ ਐਜੂਕੇਸ਼ਨ ਦੇ ਨਾਲੋਂ ਧਰਮ ਦਾ ਰੌਲਾ ਬਹੁਤ ਜ਼ਿਆਦਾ ਹੈ। ਤਾਂ ਕਿਤੇ ਨਾ ਕਿਤੇ ਇਹ ਸਰਕਾਰਾਂ ਦੀਆਂ ਜਾਂ ਸਰਕਾਰੇ ਦਰਬਾਰੇ ਜਿਹੜੀਆਂ ਨੇ, ਇਹ ਪਾਲਿਸੀਆਂ ਹੁੰਦੀਆਂ ਨੇ ਕਿ ਉਸ ਕੌਮ ਨੂੰ ਜਿਹੜਾ ਹੈ ਉੱਪਰ ਉੱਠਣ ਨਾ ਦਿਓ ਜਿੱਥੋਂ ਅਸੀਂ ਵੱਧ ਤੋਂ ਵੱਧ ਫਾਇਦਾ ਲੈਣਾ। ਕਿਉਂਕਿ ਜੇ ਇਹ ਉੱਪਰ ਉੱਠ ਗਿਆ, ਫਿਰ ਇਹ ਫੂਡ ਤੋਂ ਉੱਪਰ ਕੇ, ਮਤਲਬ ਇਹ ਖਾਣੇ ਤੋਂ ਉੱਪਰ ਉੱਠ ਕੇ ਗੱਲ ਕਰੂਗਾ, ਰਹਿਣ ਸਹਿਣ ਦੀ ਗੱਲ ਕਰੂਗਾ, ਕੁਆਲਿਟੀ ਦੀ ਗੱਲ ਕਰੂਗਾ, ਕੁਆਲਿਟੀ ਲਾਈਫ ਦੀ ਗੱਲ ਕਰੂਗਾ, ਇੰਡੈਕਸ ਦੀ ਗੱਲ ਕਰੂਗਾ, ਜਿਹੜਾ ਕਿ ਤੁਹਾਡਾ ਹੈਪੀ ਇੰਡੈਕਸ ਹੈ ਉਹਦੀ ਗੱਲ ਕਰੂਗਾ, ਆਵਾਜਾਈ ਦੀ ਗੱਲ ਕਰੂਗਾ, ਸਿਹਤ ਦੀ ਗੱਲ ਕਰੂਗਾ, ਐਜੂਕੇਸ਼ਨ ਦੀ ਗੱਲ ਕਰੂਗਾ। ਇਸ ਲਈ ਉਹ ਜਦੋਂ ਸੱਪ ਉੱਠਦਾ ਨਾ, ਕਹਿੰਦੇ ਜੇ ਉਦੋਂ ਇਹਦੀ ਸਿਰੀ ਨੱਪ ਦੋ ਤੇ ਕੁਝ ਨਹੀਂ ਕਰਦਾ। ਇਹਨਾਂ ਨੂੰ ਇਹ ਸੱਪ ਲੱਗਦੇ ਆ ਲੋਕ। ਇਹ ਚਾਹੁੰਦੇ ਆ ਕਿ ਇਹਨਾਂ ਦੀਆਂ ਸਿਰੀਆਂ ਜਿਹੜੀਆਂ ਅਸੀਂ ਉੱਠਣ ਹੀ ਨਾ ਦਈਏ, ਅਸੀਂ ਪਹਿਲਾਂ ਹੀ ਨੱਪ ਕੇ ਰੱਖੀਏ। ਸੋ ਕਿਤੇ ਨਾ ਕਿਤੇ ਇਹ ਇੱਕ ਤਰੀਕੇ ਦੇ ਨਾਲ ਪਾਲਿਸੀ ਹੈ। ਤੇ ਭੋਲੇ ਲੋਕ, ਤੁਸੀਂ ਭੋਲਿਆਂ ਵਾਲੀਆਂ ਫੇਰ ਗੱਲਾਂ ਕਰਦੇ ਹੋ, ਸਮਝਦੇ ਨਹੀਂ ਹੋ। ਜੀ। ਸੋ ਭੋਲੀਆਂ ਗੱਲਾਂ ਤਾਂ ਚਲੋ ਠੀਕ ਆ, ਪਰ ਜਿਹੜਾ ਏਜੰਡਾ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਨਵਾਂ ਚੁੱਕਿਆ ਗਿਆ, ਮੈਨੂੰ ਲੱਗਦਾ ਕਿ ਉਹਦੀ ਜਿਹੜੀ ਪ੍ਰੇਸ ਹੈ ਉਹ ਹਰ ਵਰਗ ਵੱਲੋਂ ਕੀਤੀ ਜਾਣੀ ਚਾਹੀਦੀ। ਕਿਉਂਕਿ ਮੋਹਿਤ ਜੀ ਦੇਖੋ, ਇੱਕ ਇਹੀ ਸਰਕਾਰ ਆ ਜਿਹਨੇ ਐਜੂਕੇਸ਼ਨ ਦਾ ਬਜਟ ਬਣਾ ਕੇ ਦੁੱਗਣਾ ਕੀਤਾ ਬਜਟ। ਅੱਜ ਤੱਕ ਕੋਈ ਵੀ ਸਰਕਾਰ, ਚਾਹੇ ਉਹ ਸੈਂਟਰ 'ਚ ਆਈ ਹੈ ਚਾਹੇ ਉਹ ਸੂਬੇ 'ਚ ਆਈ ਹੈ, ਕਦੇ ਕਿਸੇ ਨੇ ਐਜੂਕੇਸ਼ਨ ਦਾ ਬਜਟ ਦੁੱਗਣਾ ਨਹੀਂ ਕਰਕੇ ਦਿੱਤਾ, ਜਿਹੜੀ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸੋ ਇਹ ਅਗਲਿਆਂ ਨੇ ਕੰਮ ਕੀਤਾ ਬਈ, ਅਗਲੇ ਬੋਲਣਗੇ ਵੀ। ਬਿਲਕੁਲ। ਖੈਰ ਸਾਹਿਬ, ਉਹ ਜਿਹੜੀ ਹੁਣ ਸੀ ਗੱਲ ਹੈ, ਹੁਣ ਅਸੀਂ ਵਰਲਡ ਵਾਈਡ ਲੈ ਕੇ ਚੱਲਦੇ ਹਾਂ ਤੇ ਗੱਲ ਹੁਣ ਕਰਦੇ ਹਾਂ ਕਰੋਨਾ ਵਾਇਰਸ ਦੀ। ਕਿਉਂਕਿ ਸਾਰਿਆਂ ਨੂੰ ਖਬਰ ਹੋ ਚੁੱਕੀ ਹੈ ਕਿ ਯੂਕੇ ਤੋਂ ਇੱਕ ਨਵਾਂ ਕਰੋਨਾ ਵਾਇਰਸ ਜਿਹੜੀ ਸਟ੍ਰੇਨ ਹੈ ਉਹ ਸਾਹਮਣੇ ਆ ਚੁੱਕੀ ਹੈ। ਐਂਡ ਹੁਣੇ ਅੱਜ ਇੱਕ ਹੋਰ ਖਬਰ ਆਈ ਹੈ ਕਿ ਯੂਕੇ ਤੋਂ ਹੀ ਇੱਕ ਹੋਰ ਕਰੋਨਾ ਵਾਇਰਸ ਸਟ੍ਰੇਨ ਜਿਹੜੀ ਹੈ ਸਾਹਮਣੇ ਆਈ ਹੈ, ਜਿਸ ਦਾ ਜਿਹੜਾ ਕਾਰਨ ਹੈ ਉਹ ਸਾਊਥ ਅਫਰੀਕਾ ਤੋਂ ਉੱਠੇ ਕੁਝ ਨਵੇਂ ਕੇਸ ਨੇ, ਉਹਦੇ ਨਾਲ ਉਸ ਨੂੰ ਜੋੜਿਆ ਜਾ ਰਿਹਾ। ਸੋ ਹਲੇ ਪੂਰੀ ਚੰਗੀ ਤਰ੍ਹਾਂ ਜਿਹੜੀ ਇਸ ਦੀ ਗੱਲ ਦੀ ਪੁਸ਼ਟੀ ਜਿਹੜੀ ਹੈ ਅਧਿਕਾਰਿਤ ਤੌਰ ਤੇ ਨਹੀਂ ਕੀਤੀ ਜਾ ਰਹੀ ਹੈ। ਬਟ ਫਿਰ ਵੀ ਇੱਕ ਜਿਹੜਾ ਮਸਲਾ ਹੈ, ਜਿਹੜਾ ਮੁੱਦਾ ਹੈ, ਉਹ ਕਾਫੀ ਸੋਚਣ ਵਾਲਾ ਹੈ ਐਂਡ ਕਾਫੀ ਥੋੜਾ ਮੈਂ ਕਹਿੰਦਾ ਸੁਚੇਤ ਹੋਣ ਵਾਲਾ ਹੈ। ਕਿਉਂਕਿ ਆਲਰੇਡੀ ਅਸੀਂ ਇੱਕ ਪੈਂਡੈਮਿਕ ਨੂੰ ਹੰਢਾ ਰਹੇ ਹਾਂ। ਲਗਭਗ 9-10 ਮਹੀਨੇ ਹੋ ਚੁੱਕੇ ਆ ਅਸੀਂ ਲੋਕਡਾਊਨ 'ਚ ਰਹੇ ਹਾਂ, ਕਾਫੀ ਮਹੀਨੇ ਘਰੇ ਰਹੇ ਹਾਂ। ਉਸ ਤੋਂ ਬਾਅਦ ਮਾਸਕ ਹਲੇ ਵੀ ਸਾਡੀ ਜ਼ਿੰਦਗੀ ਦਾ ਇੱਕ ਮੈਂ ਕਹਿੰਦਾ ਬਹੁਤ ਵੱਡਾ ਹਿੱਸਾ ਬਣ ਚੁੱਕਿਆ। ਹੁਣ ਉਸ ਵੇਲੇ ਜਦੋਂ ਸਾਡੀ ਵੈਕਸੀਨੇਸ਼ਨ ਆ ਰਹੀ ਹੈ ਅਮਰੀਕਾ ਵਿੱਚ ਜਾਂ ਹੋਰਾਂ ਕੰਟਰੀਜ਼ ਵਿੱਚ ਜਿੱਥੇ ਯੂਜ਼ ਹੋ ਰਹੀ ਹੈ, ਸੇਮ ਟਾਈਮ ਤੇ ਇੱਕ ਨਵੇਂ ਵਾਇਰਸ ਦੀ ਜਾਂ ਫਿਰ ਇੱਕ ਅਪਡੇਟਡ ਵਾਇਰਸ ਦੀ ਜਦੋਂ ਖਬਰ ਸਾਹਮਣੇ ਆਉਂਦੀ ਹੈ, ਹਾਲਾਂਕਿ ਉਸ ਵਾਇਰਸ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਹਾਂ ਵੀ ਸੁਪਰ ਸਪਰੈਡਰ ਹੈ, ਜਲਦੀ ਫੈਲਣ ਰਿਹਾ, ਪਰ ਉਸਦਾ ਕੋਈ ਹਾਲੇ ਤੱਕ ਕੋਈ ਜਾਨੀ ਨੁਕਸਾਨ ਜਿਹੜੀ ਗੱਲ ਹੈ ਉਹਦੀ ਕੋਈ ਖਬਰ ਸਾਹਮਣੇ ਨਹੀਂ ਆਈ। ਬਟ ਫਿਰ ਵੀ ਸਾਨੂੰ ਸੁਚੇਤ ਹੋਣ ਦੀ ਬਹੁਤ ਲੋੜ ਹੈ। ਹਾਂਜੀ ਦੇਖੋ, ਦੱਖਣੀ ਤੇ ਪੂਰਬੀ ਇੰਗਲੈਂਡ ਜਿਹੜਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਵਾਇਰਸ ਵੇਖਿਆ ਜਾ ਰਿਹਾ। ਸੋ ਪਰ ਮੈਂ ਇੱਕ ਗੱਲੋਂ ਹੈਰਾਨ ਆ ਕਿ ਮੀਡੀਆ ਜਿਹੜਾ ਹੈ ਉਹ ਡਰ ਜ਼ਿਆਦਾ ਫੈਲਾ ਰਿਹਾ। ਸੁਪਰ ਸਪਰੈਡਰ ਇੱਦਾਂ ਦੇ ਸ਼ਬਦ ਜਿਹੜੇ ਹੁੰਦੇ ਨਾ, ਇਹ ਬਹੁਤ ਡਰ ਲੱਗ ਰਿਹਾ ਕਿ ਭਾਈ ਇਹ ਫੇਰ ਆ ਗਿਆ, ਫੇਰ ਇੱਦਾਂ। ਦੇਖੋ, ਇਹਨੂੰ ਡਰ ਕੇ ਨਹੀਂ, ਇਹਨੂੰ ਇੱਕ ਚੰਗੇ ਤਰੀਕੇ ਨਾਲ ਇੱਕ ਕੰਕਰੀਟ ਸਟੇਟਮੈਂਟ ਬਣਾ ਕੇ ਤੁਸੀਂ ਪੇਸ਼ ਕਰੋ, ਤਾਂ ਜੋ ਜਿਹੜੇ ਲੋਕ ਜਿਹੜੇ ਕਰੋਨਾ ਦੇ ਨਾਲ ਪੀੜਤ ਨੇ ਜਾਂ ਫਿਰ ਇਸ ਬਿਮਾਰੀ ਨਾਲ ਪੀੜਤ ਨੇ, ਇੱਕ ਹੌਸਲਾ ਬਣਾ ਰਵੇ। ਜਦੋਂ ਤੁਸੀਂ ਉਸ ਬੰਦੇ ਕੋਲੇ ਖਬਰ ਜਾਂਦੀ ਹੈ ਜਿਹਦਾ ਕੋਈ ਪੀੜਤ ਆ, ਉਹ ਅਗਲਾ ਕਹਿੰਦਾ ਕਿ ਨਹੀਂ ਵੀ ਹੁਣ ਤਾਂ ਅਸੀਂ ਡੁੱਬ ਗਏ, ਹੁਣ ਨਹੀਂ ਅਸੀਂ ਉੱਠਦੇ ਕਿਉਂਕਿ ਅਸੀਂ ਤਾਂ ਪਹਿਲਾਂ ਇਹ ਤੋਂ ਬਿਮਾਰ ਆ। ਕਿਤੇ ਨਾ ਕਿਤੇ ਲੋੜ ਹੈ ਕਿ ਇਹ ਸਟੇਟਮੈਂਟ ਜਿਹੜੀ ਡਰਾਉਣੀ ਨਾ ਲੱਗੇ, ਇਹ ਸਟੇਟਮੈਂਟ ਕੰਕਰੀਟ ਸਟੇਟਮੈਂਟ ਲੱਗੇ, ਪੂਰੀ ਇਨਫੋਰਮੇਸ਼ਨ ਇਹਦੇ ਵਿੱਚ ਹੋਵੇ ਕਿ ਹਾਂ ਵੀ ਇਹਦੇ ਨਾਲ ਕੋਈ ਮੋਰਟੈਲਿਟੀ ਜਿਹੜੀ ਆਪਾਂ ਕਹਿੰਦੇ ਡੈਥ ਰੇਟ ਜਿਹੜਾ ਹੈ
ਉਹ ਅਜੇ ਨਹੀਂ ਹੋਇਆ, ਪਰ ਇਹ ਸੁਪਰ ਸਪਰੈਡਰ ਆ, ਇਹਦੇ ਤੋਂ ਬਚਿਆ ਜਾ ਸਕਦਾ ਹੈ ਤੇ ਬਚਣਾ ਜਿਹੜਾ ਹੈ ਉਹ ਤੁਹਾਡੇ ਹੱਥ 'ਚ ਆ। ਔਰ ਜੇ ਅੱਗੋਂ ਆਪਾਂ ਕਹਿੰਦੇ ਕਿ ਕ੍ਰਿਸਮਸ ਹੈ, ਤੁਸੀਂ ਹਾਊਸ ਪਾਰਟੀਆਂ ਕਰਨੀਆਂ ਆ, ਤਾਂ ਆਪਣੇ ਉੱਤੇ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਤੁਸੀਂ ਆਪ ਸੰਜਮ ਲਾ ਕੇ ਪਾਰਟੀਆਂ ਕਰੋ ਤਾਂ ਜੋ ਤੁਸੀਂ ਇਸ ਚੀਜ਼ ਤੋਂ ਬਚੇ ਰਹੋ। ਜੀ ਵਾਕਈ ਅਗਰ ਗੱਲ ਕਰੀਏ WHO ਦੀ ਜਾਂ ਫਿਰ ਜਿਹੜੀਆਂ ਕੰਪਨੀਆਂ ਜਿਹੜੀਆਂ ਆਲਰੇਡੀ ਇਸ ਵੈਕਸੀਨੇਸ਼ਨ ਉੱਪਰ ਕੰਮ ਕਰ ਰਹੀਆਂ, ਚਾਹੇ ਮੋਡਰਨਾ ਹੋਵੇ ਚਾਹੇ ਫਾਈਜ਼ਰ ਹੋਵੇ, ਉਹਨਾਂ ਦਾ ਇਹੀ ਕਹਿਣਾ ਕਿ ਹਾਂ ਵੀ ਜਿਹੜਾ ਨਵਾਂ ਜਿਹੜਾ ਵਾਇਰਸ ਹੈ, ਜਿਹੜਾ ਵਾਇਰਸ ਸਟ੍ਰੇਨ ਜਿਹੜੀ ਹੈ ਉਹਦੇ ਉੱਪਰ ਉਹਨਾਂ ਦੀ ਦਵਾਈ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ। ਸੇਮ ਟਾਈਮ ਤੇ ਉਹਨਾਂ ਨੇ ਕਿਹਾ ਕਿ ਮਾਸਕ ਨਾਲ ਵੀ ਸਾਡਾ ਜਿਹੜਾ ਅਸੀਂ ਜਿਹੜਾ ਬਚਾਓ ਹੋਏ, ਜਿਹੜੇ ਗਾਈਡਲਾਈਨਸ ਅਸੀਂ ਹੁਣ ਫੋਲੋ ਕਰ ਰਹੇ ਹਾਂ, ਐਂਡ ਸ਼ਾਇਦ ਥੋੜਾ ਜਿਹਾ ਕੁਝ ਲੋਕ ਜਿਹੜੇ ਢਿੱਲੇ ਪੈ ਚੁੱਕੇ ਨੇ, ਉਹਨਾਂ ਨੂੰ ਇਹੀ ਬੇਨਤੀ ਹੈ ਕਿ ਹਾਂ ਵੀ ਤੁਸੀਂ ਢਿੱਲੇ ਨਾ ਪਵੋ, ਦੁਬਾਰਾ ਜਿਹੜਾ ਵਾਇਰਸ ਜਿਹੜਾ ਮਾਸਕ ਹੈ ਤੁਸੀਂ ਉਸ ਨੂੰ ਪਾ ਕੇ ਚੰਗੀ ਤਰ੍ਹਾਂ ਆਪਣੀ ਜਿਹੜੇ ਗਾਈਡਲਾਈਨਸ ਨੇ ਤੁਸੀਂ ਉਸ ਨੂੰ ਫੋਲੋ ਕਰੋ। ਐਂਡ ਆਈ ਥਿੰਕ ਬਹੁਤਾ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ। ਸੋ ਇੱਕ ਹੋਰ ਖਬਰ ਜਿਹੜੀ ਦੋਵੇਂ ਗੱਲਾਂ ਦੇ ਨਾਲ ਜੁੜੀਆਂ ਹੋਣਗੀਆਂ, ਜਿਹੜੀਆਂ ਅਸੀਂ ਹੁਣ ਤੇ ਕਵਰ ਕੀਤੀਆਂ, ਇੱਕ ਅਸੀਂ ਗੱਲ ਕੀਤੀ ਆਪਣੇ ਕਿਸਾਨੀ ਅੰਦੋਲਨ ਦੀ, ਦੂਜੀ ਗੱਲ ਕਰ ਅਸੀਂ ਆਪਣਾ ਕੋਰੋਨਾ ਵਾਇਰਸ ਦੀ। ਸੋ ਖਬਰ ਜਿਹੜੀ ਤੀਸਰੀ ਉਹ ਇੱਦਾਂ ਹੈ, ਜਿਹੜੇ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਬੋਰਿਸ ਜੌਨਸਨ, ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ 26 ਜਨਵਰੀ ਦੇ ਉੱਪਰ, ਰਿਪਬਲਿਕ ਡੇ ਦੇ ਉੱਪਰ ਭਾਰਤ ਵਿੱਚ ਆਉਣ ਦਾ। ਠੀਕ ਹੈ, ਹੁਣ ਕਿਤੇ ਨਾ ਕਿਤੇ ਮਸਲੇ ਆ ਖੜੇ ਹੋ ਰਹੇ ਨੇ ਕਿ ਹਾਂ ਵੀ ਕਿਉਂਕਿ ਕੋਰੋਨਾ ਵਾਇਰਸ ਦੀ ਜਿਹੜੀ ਨਵੀਂ ਜਿਹੜੀ ਉੱਥੇ ਲਹਿਰ ਹੈ ਉਹ ਸ਼ੁਰੂ ਹੋ ਚੁੱਕੀ ਹੈ, ਤਾਂ ਸ਼ਾਇਦ ਉਹ ਇੱਥੇ ਨਾ ਆਉਣ। ਠੀਕ ਹੈ, ਹੁਣ ਸੇਮ ਟਾਈਮ ਤੇ ਕੁਝ ਕੁ ਲੋਕਾਂ ਵੱਲੋਂ, ਕੁਝ ਕੁ ਕਿਸਾਨੀ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਡਾਇਰੈਕਟ ਮੈਸੇਜ ਕੀਤਾ ਜਾ ਰਿਹਾ, ਇੱਕ ਅਪਰੋਚ ਕੀਤੀ ਜਾ ਰਹੀ ਹੈ ਕਿ ਹਾਂ ਵੀ ਜੇਕਰ ਤੁਸੀਂ ਆਉਂਦੇ ਹੋ ਤਾਂ ਸਾਡੇ ਪ੍ਰਧਾਨ ਮੰਤਰੀ ਨਾਲ ਜ਼ਰੂਰ ਗੱਲ ਕਰੋ ਕਿ ਸਾਡੇ ਦੇਸ਼ ਵਿੱਚ ਕੀ ਚੱਲ ਰਿਹਾ। ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਜਿਹੜੇ MP ਨੇ ਤਰਨਮਨਜੀਤ ਸਿੰਘ ਢੇਸੀ, ਉਹਨਾਂ ਨੇ ਵੀ ਇੱਕ ਪੱਤਰ ਲਿਖਿਆ। ਪੱਤਰ ਦੇ ਵਿੱਚ ਖੁੱਲੀ ਤਰ੍ਹਾਂ ਚੰਗੀ ਤਰ੍ਹਾਂ ਸਮਝਾਇਆ ਗਿਆ ਕਿ ਹਾਂ ਵੀ ਪ੍ਰਾਈਮ ਮਿਨਿਸਟਰ ਸਾਹਿਬ, ਇੰਡੀਆ ਦੇ ਵਿੱਚ ਆਹ ਚੀਜ਼ ਹੋ ਰਹੀ ਹੈ, ਐਂਡ ਜੇਕਰ ਤੁਸੀਂ ਉੱਥੇ ਜਾਂਦੇ ਹੋ ਹੈ ਨਾ, ਤੇ ਆਹ ਗੱਲਾਂ ਨੂੰ ਉੱਪਰ ਖੁੱਲ੍ਹ ਕੇ ਤੁਸੀਂ ਗੱਲਬਾਤ ਕਰੋ ਤੇ ਕਿਸਾਨਾਂ ਦੇ ਉਹਨਾਂ ਦੇ ਹੱਕ ਦਿਵਾਓ। ਸੋ ਜਿਵੇਂ ਕਿ ਮੈਂ ਕਿਹਾ ਕਿ ਤੀਸਰੀ ਖਬਰ ਉਹੀ ਹੈ ਕਿ ਦੋਨਾਂ ਦੇ ਨਾਲ ਆਪਸ ਵਿੱਚ ਜੁੜੀ ਹੋਈ ਹੈ। ਦੇਖੋ, ਜਿਹੜੀ ਮੈਂ ਗੱਲ ਫਿਰ ਕਰਨ ਜਾ ਰਿਹਾ ਉਹ ਵੀ ਇਹਦੇ ਨਾਲ ਜੁੜੀ ਹੈ। ਉਹ ਕਿਤੇ ਨਾ ਕਿਤੇ ਅਮਰੀਕਾ, ਆਪਾਂ ਕਹਿੰਦੇ ਡਰਨ ਦੀ ਲੋੜ ਨਹੀਂ, ਅਮਰੀਕਾ ਨੂੰ ਡਰਨ ਦੀ ਲੋੜ ਹੈ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਕੇਸ ਹੋ ਰਹੇ ਨੇ ਉਹ ਬਹੁਤ ਅਕਿਊਟ ਕੇਸ ਹੋ ਰਹੇ ਨੇ, ਔਰ ਉੱਥੇ ਦੇ ਜਿਹੜੇ ਬਹੁਤ ਸਾਰੇ ਹਸਪੀਟਲ ਨੇ ਉੱਥੇ ਤਾਂ ਬੈੱਡ ਵੀ ਪੂਰੇ ਨਹੀਂ ਹੋ ਰਹੇ। ਸੋ ਅਮਰੀਕਾ ਜਿਹੜਾ ਹੈ ਉਸ ਨੂੰ ਡਰਨ ਦੀ ਲੋੜ ਹੈ ਔਰ ਇੱਕ ਸਟ੍ਰੈਟਜੀ ਬਣਾ ਕੇ ਚੱਲਣ ਦੀ ਲੋੜ ਹੈ, ਕਿਉਂਕਿ ਉਹ ਲਗਾਤਾਰ ਜਿਹੜਾ ਹੈ ਇਸ ਵਾਇਰਸ ਦੇ ਹੱਥੇ ਚੜ੍ਹ ਰਿਹਾ ਹੈ। ਜੇ ਵਾਕਈ ਤੁਸੀਂ ਅਮਰੀਕਾ ਦੀ ਗੱਲ ਕੀਤੀ ਤਾਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਇਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਇੱਕ ਅਜਿਹਾ ਮਾਹੌਲ ਦੇਤਾ, ਅਜਿਹੀ ਗੱਲਬਾਤ ਸਮਝਾਤੀ ਕਿ ਹਾਂ ਵੀ ਤੁਹਾਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈ। ਐਂਡ ਉਹ ਫਿਕਰ ਨਾ ਕਰਨ ਦਾ ਹੀ ਘਾਟਾ ਹੋਇਆ ਕਿ 3,30,000 ਤੋਂ ਜਿਹੜੇ ਲੋਕ ਨੇ ਵੱਧ ਅਮਰੀਕਾ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਐਂਡ ਵਰਲਡ ਦੇ ਵਿੱਚ ਹੋਰ ਵੀ ਕਾਫੀ ਸਾਰੀ ਕੰਟਰੀਜ਼ ਦੇ ਵਿੱਚ ਸਿਮਿਲਰ ਜਿਹੜੀਆਂ ਘਟਨਾਵਾਂ ਨੇ, ਸਿਮਿਲਰ ਮੰਦਭਾਗੀਆਂ ਜਿਹੜੀਆਂ ਗੱਲਾਂ ਨੇ ਉਹ ਵਾਪਰੀਆਂ ਨੇ। ਸੋ ਜਿਵੇਂ ਕਿ ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਅਗਰ ਤੁਸੀਂ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ਰੂਰਤ ਹੈ, ਅਗਰ ਘਰੋਂ ਬਾਹਰ ਜਾਂਦੇ ਹੋ ਤਾਂ ਮਾਸਕ ਜ਼ਰੂਰ ਪਹਿਨ ਕੇ ਜਾਓ। ਸੋ ਖੈਰ ਸਾਹਿਬ, ਅੱਜ ਦੀਆਂ ਜਿਹੜੀਆਂ ਮੇਨ ਗੱਲਾਂ ਕੋਰੋਨਾ ਵਾਇਰਸ ਤੇ ਕਿਸਾਨੀ ਅੰਦੋਲਨ ਦੇ ਆਲੇ ਦੁਆਲੇ ਹੀ ਘੁੰਮੀਆਂ ਰਹੀਆਂ। ਸੋ ਦੋਵੇਂ ਚੀਜ਼ਾਂ ਲਗਾਤਾਰ ਚੱਲੀਆਂ ਜਾ ਰਹੀਆਂ ਹੈ ਨਾ। ਕੋਰੋਨਾ ਵਾਇਰਸ ਨੂੰ ਤਾਂ ਲਗਭਗ 9-10 ਮਹੀਨੇ ਹੋ ਗਏ ਨੇ, ਐਂਡ ਕਿਸਾਨੀ ਅੰਦੋਲਨ ਨੂੰ ਵੀ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ 3 ਮਹੀਨੇ ਹੋ ਚੁੱਕੇ ਨੇ। ਸੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਹਾਂ ਵੀ ਦੋਨਾਂ ਤੋਂ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਫੈਸਲਾ ਜਿਹੜਾ ਚੰਗੇ ਪੱਖੀ ਸਾਨੂੰ ਮਿਲ ਜਾਵੇ, ਤਾਂ ਜੋ ਕਿਸਾਨੀ ਜਿਹੜਾ ਅੰਦੋਲਨ ਹੈ ਉਹ ਵੀ ਇੱਕ ਲੋਕਾਂ ਆਪਣੇ ਘਰਾਂ 'ਚ ਪਹੁੰਚ ਸਕਣ, ਐਂਡ ਕੋਰੋਨਾ ਵੈਕਸੀਨ ਅਗਰ ਲੋਕੀ ਧਿਆਨ ਰੱਖਣ ਆਪਣਾ, ਤਾਂ ਉਹ ਵੀ ਜਿਹੜੀ ਜਲਦੀ ਇਹ ਚੀਜ਼ ਸਭ ਠੀਕ ਹੋ ਜਾਏ। ਵਾਕਈ ਉਮੀਦ ਤਾਂ ਇਹ ਆ ਕਿ ਅਸੀਂ ਜਿਹੜਾ ਹੈ ਇਸ ਵਿਸ਼ਿਆਂ ਤੋਂ ਜਿਹੜਾ ਹੈ ਇੱਕ ਹਾਂ ਪੱਕੀ ਹੁੰਗਾਰਾ ਮਿਲੇ ਸਾਨੂੰ, ਔਰ ਉਮੀਦ ਦੇ ਉੱਤੇ ਤਾਂ ਦੁਨੀਆ ਕਾਇਮ ਹੈ। ਅਸੀਂ ਵੀ ਮਿਲਾਂਗੇ ਤੁਹਾਨੂੰ ਅਗਲੇ ਦਿਨ ਕਿਸੇ ਹੋਰ ਉਮੀਦ ਦੇ ਨਾਲ। ਦੇਖਦੇ ਰਹੋ ਪੰਜਾਬ ਮੇਡ USA TV।